ਸਵਾਲ ਬਾਈ ਜੀ ਮੇਰਾ ਇਹੀ ਹੈ ਕਿ ਮਾਨਸਿਕ ਰੋਗ ਕੀ ਹੈ। ਜਿਸ ਤਰ੍ਹਾਂ ਸਾਡੇ ਸਰੀਰ ਨੂੰ ਅਲੱਗ-ਅਲੱਗ ਸਰੀਰਕ ਰੋਗ ਲੱਗਦੇ ਹੈਗੇ, ਅਲੱਗ-ਅਲੱਗ ਬਿਮਾਰੀਆਂ ਲੱਗਦੀਆਂ ਨੇ, ਇਸੇ ਤਰੀਕੇ ਸਾਡੇ ਸਰੀਰ ਨੂੰ ਕੁਝ ਮਾਨਸਿਕ ਦਿੱਕਤਾਂ ਵੀ ਮਹਿਸੂਸ ਹੁੰਦੀਆਂ ਨੇ। ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਸਾਡੇ ਸਾਈਕੋਲੋਜੀਕਲ ਯਾਨੀ ਕਿ ਮਨੋਵਿਗਿਆਨਿਕ, ਇਮੋਸ਼ਨਲ ਤੇ ਫਿਜ਼ੀਓਲੋਜੀਕਲ ਅਲੱਗ-ਅਲੱਗ ਜਿਹੜੇ ਨੇਗੇ ਮੈਨੀਫੈਸਟ ਕਰਦੇ ਹੈਗੇ ਸਿੰਪਟਮਸ ਸਾਡੇ ਸਰੀਰ ਦੇ ਵਿੱਚ। ਇਨਸਾਨ ਦੇ ਜਿੱਥੇ ਹੈ ਵਿਵਹਾਰ ਦੇ ਵਿੱਚ ਵੱਡੇ ਪੱਧਰ ਤੇ, ਉਹਦੀ ਸੋਚਣੀ ਦੇ ਵਿੱਚ ਤੇ ਉਹ ਕਿਸ ਤਰੀਕੇ ਦਾ ਜੋ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ, ਉਹਦੇ 'ਚ ਵੱਡੇ ਪੱਧਰ ਤੇ ਡਿਸਟਰਬੈਂਸ ਆਉਂਦੀ ਹੈ ਜਦੋਂ ਕਿਸੇ ਵੀ ਕਿਸਮ ਦਾ ਮਾਨਸਿਕ ਰੋਗ ਹੁੰਦਾ। ਸਾਡੇ ਅਕਸਰ ਜੇ ਕਿਸੇ ਨੂੰ ਮਾਨਸਿਕ ਸਮੱਸਿਆ ਹੈਗੀ, ਮਾਨਸਿਕ ਰੋਗ ਆ, ਚਾਹੇ ਗੰਭੀਰ ਆ ਚਾਹੇ ਸਧਾਰਨ ਆ, ਤਾਂ ਉਹਨੂੰ ਪਾਗਲ ਦੇ ਨਾਂ ਤੇ ਲੇਬਲ ਕਰ ਦਿੱਤਾ ਜਾਂਦਾ। ਸੀਵੀਅਰ ਮੈਂਟਲ ਡਿਸਆਰਡਰਸ ਦੇ ਵਿੱਚ ਸਭ ਤੋਂ ਮੇਨ ਸਕਿਜ਼ੋਫਰੇਨੀਆ ਗਾ। ਤਾਂ ਸਕਿਜ਼ੋਫਰੇਨੀਆ ਇੱਕ ਅਜਿਹਾ ਮਾਨਸਿਕ ਰੋਗ ਆ ਜਿਹਦੇ 'ਚ ਇਨਸਾਨ ਆਪਣੀ ਸੁੱਧ ਬੁੱਧ ਖੋ ਬਹਿੰਦਾ ਗਾ, ਉਹਨੂੰ ਆਪਣੀ ਰਿਐਲਿਟੀ ਦੇ ਵਿੱਚ ਉਹ ਨਹੀਂ ਹੁੰਦਾ, ਰਿਐਲਿਟੀ ਦੇ ਨਾਲ ਟੱਚ ਉਹਦਾ ਟੁੱਟ ਜਾਂਦਾ। ਤੇ ਇਸ ਡਰ ਕਰਕੇ ਫਿਰ ਪਰਿਵਾਰ ਵੀ ਤੇ ਉਹ ਇਨਸਾਨ ਵੀ ਲੁਕੋ ਲੈਂਦਾ ਕਿ ਸਾਨੂੰ ਲੋਕ ਕਹਿਣਗੇ ਕਿ ਇਹਨਾਂ ਦਾ ਪਰਿਵਾਰਕ ਮੈਂਬਰ ਪਾਗਲ ਆ, ਉਹ ਮੈਂਟਲ ਆ। ਇਸ ਕਰਕੇ ਲੋਕ ਇਲਾਜ ਲਈ ਨਹੀਂ ਜਾਂਦੇ, ਤੇ ਜਦੋਂ ਬਿਲਕੁਲ ਹੱਦ ਹੋ ਜਾਂਦੀ ਆ ਤਾਂ ਉਸ ਲੈਵਲ ਤੇ ਜਾਂਦੇ ਆ ਤੇ ਲੋਕ ਫਿਰ ਸਮਾਜ ਵੀ ਉਹਨਾਂ ਨਾਲ ਜਿਹੜਾ ਸਟਿਗਮਾ ਕਰਦਾ ਹੈ। ਕਿਤੇ ਨਾ ਕਿਤੇ ਸਰੀਰਕ ਰੋਗਾਂ ਦਾ ਤਾਂ ਸਾਇੰਟਿਸਟ ਨੇ ਪਤਾ ਲੱਗ ਜਾਂਦਾ ਨਾ, ਕਿਸੇ ਨੂੰ ਕੋਈ ਡਿਸੇਬਿਲਿਟੀ ਹੈ ਉਹ ਵੀ ਪਤਾ, ਜਾਂ ਕਿਸੇ ਦੇ ਕੋਈ ਸੱਟ ਫੇਟ ਲੱਗ ਗਈ ਉਹ ਵੀ ਚੀਜ਼ ਪਤਾ ਲੱਗ ਗਈ, ਪਰ ਮਾਨਸਿਕ ਰੋਗਾਂ ਦਾ ਇਹਦੀ ਜੜ ਕੀ ਹੈ? ਫੈਕਟਰਸ ਆਪਾਂ ਕਹਿ ਲਈਏ ਤਾਂ ਤਿੰਨ ਚੀਜ਼ਾਂ ਮੰਨੀਆਂ ਜਾਂਦੀਆਂ ਨੇ, ਕੋਈ ਇੱਕ ਚੀਜ਼ ਨਹੀਂ, ਤੇ ਤਿੰਨੇ ਚੀਜ਼ਾਂ ਸੀਕੁਐਂਸ ਦੇ ਵਿੱਚ ਦੇਖਣੀਆਂ ਪੈਂਦੀਆਂ ਨੇ। ਪਰ ਇਲਾਜ ਕਾਫੀ ਹੱਦ ਤੱਕ ਸੰਭਵ ਹੈ, ਖਾਸ ਤੌਰ ਤੇ ਜੇ ਸ਼ੁਰੂਆਤ ਦੇ ਵਿੱਚ ਇਲਾਜ ਸ਼ੁਰੂ ਹੋ ਜਾਏ, ਜਦੋਂ ਇਲਨੈਸ ਸਟਾਰਟ ਹੁੰਦੀ ਹੈ। ਸ਼ੁਰੂਆਤ ਪਤਾ ਕਿਵੇਂ ਲੱਗੂਗੀ ਕਿ ਸ਼ੁਰੂ ਹੋ ਗਿਆ? ਸਭ ਤੋਂ ਵੱਡੀ ਦਿੱਕਤ ਇਹੀ ਹੈਗੀ। ਪਤਾ ਕਿਵੇਂ ਲੱਗੂਗਾ ਕਿ ਆ ਮਾਨਸਿਕ ਰੋਗ, ਮੈਨੂੰ ਕੋਈ ਇਸ਼ੂ ਹੋਣਾ ਸਟਾਰਟ ਹੋ ਗਿਆ? ਬੰਦਾ ਕਦੋਂ ਜਾਵੇ ਡਾਕਟਰ ਕੋਲੇ, ਤੇ ਕਿਹੜੀ ਚੀਜ਼ ਸਿਗਨੀਫਾਈ ਕਰਦੀ ਹੈ, ਕੀ ਸਿਗਨਲ ਦਿੰਦੀ ਹੈ ਆਪਣੀ ਬਾਡੀ? ਜਿਹੜੇ ਕਾਮਨ ਮੈਂਟਲ ਡਿਸਆਰਡਰਸ ਨੇ, ਜਦੋਂ ਉਹ ਹੁੰਦੇ ਆ, ਜਿੱਦਾਂ ਐਂਗਜ਼ਾਇਟੀ, ਡਿਪਰੈਸ਼ਨ ਆ, ਫੋਬੀਆਜ਼ ਨੇ, ਜਾਂ ਐਂਗਜ਼ਾਇਟੀ ਨਾਲ ਰਿਲੇਟਡ ਹੋਰ ਡਿਸਆਰਡਰਸ ਨੇ, ਉਹਨਾਂ 'ਚ ਕੀ ਹੁੰਦਾ ਕਿ ਸਾਨੂੰ ਸਰੀਰਕ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਆ। ਜਿੱਦਾਂ ਕਿਸੇ ਦਾ ਲੰਬਾ ਟਾਈਮ ਪੇਟ ਖਰਾਬ ਰਹਿੰਦਾ, ਕਿਸੇ ਦਾ ਸਿਰ ਦਰਦ ਹੁੰਦਾ ਰਹਿੰਦਾ ਗਾ, ਹੈ ਨਾ, ਕਿਸੇ ਦੇ ਸਰੀਰ 'ਚ ਬਹੁਤ ਥਕਾਨ ਮਹਿਸੂਸ ਹੁੰਦੀ ਹੈ, ਤਾਂ ਅਸੀਂ ਮੰਨਦੇ ਹਾਂ ਕਿ ਸਾਡੇ ਸਰੀਰ 'ਚ ਦਿੱਕਤ ਆ, ਕਿਉਂਕਿ ਸਾਨੂੰ ਸੋਸਾਇਟੀ ਸਟਿਗਮਾ ਇੰਨਾ, ਸਾਡਾ ਮਨ ਹੀ ਨਹੀਂ ਮੰਨਦਾ ਮੰਨਣ ਨੂੰ ਕਿ ਮੈਨੂੰ ਮਾਨਸਿਕ ਤੌਰ 'ਤੇ ਮੈਂ ਪਰੇਸ਼ਾਨ ਹੋ ਸਕਦਾ, ਮੈਨੂੰ ਕੋਈ ਦਿੱਕਤ ਹੋ ਸਕਦੀ। ਬਟ ਜੇ ਇਹਨਾਂ ਚੀਜ਼ਾਂ ਦੇ ਇਲਾਜ ਦੀ ਗੱਲ ਕਰੀਏ ਤਾਂ ਉਹ ਕੀ ਹੋਣਗੇ? ਜਦੋਂ ਇਲਾਜ ਦੀ ਗੱਲ ਕਰਦੇ ਹਾਂ ਜੀ, ਇਲਾਜ ਦੋ ਤਰੀਕੇ ਨਾਲ ਹੁੰਦਾ ਗਾ। ਇੱਕ ਹੁੰਦਾ ਦਵਾਈਆਂ ਵਾਲਾ, ਫਾਰਮਾਕੋਲੋਜੀਕਲ, ਇੱਕ ਨਾਨ ਫਾਰਮਾਕੋਲੋਜੀਕਲ, ਬਿਨਾਂ ਦਵਾਈਆਂ ਵਾਲਾ ਇਲਾਜ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਤੁਹਾਡੇ ਨਾਲ ਸੀਰਤ ਸੰਧੂ। ਰੋਗ ਇੱਕ ਅਜਿਹਾ ਸ਼ਬਦ ਹੈ ਜਿਹਦਾ ਨਾਂ ਸੁਣ ਕੇ ਹਰ ਇੱਕ ਨੂੰ ਡਰ ਲੱਗਦਾ ਹੈ। ਇੱਕ ਹੁੰਦੇ ਆ ਸਰੀਰਕ ਰੋਗ, ਇੱਕ ਹੁੰਦੇ ਆ ਮਾਨਸਿਕ ਰੋਗ। ਕਿਤੇ ਨਾ ਕਿਤੇ ਸਰੀਰਕ ਰੋਗਾਂ ਦਾ ਇਲਾਜ ਹੋ ਜਾਂਦਾ ਹੈ ਦਵਾਈਆਂ ਨਾਲ, ਕਿਸੇ ਨਾ ਕਿਸੇ ਚੀਜ਼ ਨਾਲ ਸਰੀਰਕ ਰੋਗਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਪਰ ਮਾਨਸਿਕ ਰੋਗ, ਉੱਥੇ ਗੱਲ ਆਉਂਦੀ ਹੈ ਕਿ ਮਾਨਸਿਕ ਰੋਗ ਹੈ ਕੀ। ਕਈ ਵਾਰ ਤਾਂ ਪਤਾ ਵੀ ਨਹੀਂ ਲੱਗਦਾ ਕਿ ਮਾਨਸਿਕ ਰੋਗ ਸਾਹਮਣੇ ਵਾਲੇ ਬੰਦੇ ਨੂੰ ਜਾਂ ਸਾਨੂੰ ਜਾਂ ਕਿਹਨੂੰ ਕੀ ਹੈ ਤੇ ਕੀ ਨਹੀਂ। ਸਾਡੇ ਨਾਲ ਅੱਜ ਇੱਕ ਮੈਂਟਲ ਹੈਲਥ ਪ੍ਰੋਫੈਸ਼ਨਲ ਜੁੜੇ ਨੇ, ਮਾਨਸਿਕ ਰੋਗਾਂ ਦੇ ਸਪੈਸ਼ਲਿਸਟ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਕੀ ਨੇ ਮਾਨਸਿਕ ਰੋਗ। ਆਓ ਜੀ। ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤਾਂ ਸਭ ਤੋਂ ਪਹਿਲਾ ਸਵਾਲ ਬਾਈ ਜੀ ਮੇਰਾ ਇਹੀ ਹੈ ਕਿ ਮਾਨਸਿਕ ਰੋਗ ਕੀ ਹੈ? ਜਿਸ ਤਰ੍ਹਾਂ ਸਾਡੇ ਸਰੀਰ ਨੂੰ ਅਲੱਗ-ਅਲੱਗ ਸਰੀਰਕ ਰੋਗ ਲੱਗਦੇ ਹੈਗੇ, ਅਲੱਗ-ਅਲੱਗ ਬਿਮਾਰੀਆਂ ਲੱਗਦੀਆਂ ਨੇ, ਇਸੇ ਤਰੀਕੇ ਸਾਡੇ ਸਰੀਰ ਨੂੰ ਕੁਝ ਮਾਨਸਿਕ ਦਿੱਕਤਾਂ ਵੀ ਮਹਿਸੂਸ ਹੁੰਦੀਆਂ ਨੇ, ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਸਾਡੇ ਸਾਈਕੋਲੋਜੀਕਲ ਯਾਨੀ ਕਿ ਮਨੋਵਿਗਿਆਨਿਕ, ਇਮੋਸ਼ਨਲ ਤੇ ਫਿਜ਼ੀਓਲੋਜੀਕਲ ਅਲੱਗ-ਅਲੱਗ ਜਿਹੜੇ ਨੇਗੇ ਮੈਨੀਫੈਸਟ ਕਰਦੇ ਹੈਗੇ ਸਿੰਪਟਮਸ ਸਾਡੇ ਸਰੀਰ ਦੇ ਵਿੱਚ। ਜੇ ਹੋਰ ਸੌਖੇ ਸ਼ਬਦਾਂ 'ਚ ਕਿਹਾ ਜਾਏ ਕਿ ਮਾਨਸਿਕ ਰੋਗਾਂ ਦੇ ਨਾਲ ਇਨਸਾਨ ਦੇ ਜਿੱਥੇ ਹੈ ਵਿਵਹਾਰ ਦੇ ਵਿੱਚ ਵੱਡੇ ਪੱਧਰ ਤੇ, ਉਹਦੀ ਸੋਚਣੀ ਦੇ ਵਿੱਚ ਤੇ ਉਹ ਕਿਸ ਤਰੀਕੇ ਦਾ ਜੋ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ, ਉਹਦੇ 'ਚ ਵੱਡੇ ਪੱਧਰ ਤੇ ਡਿਸਟਰਬੈਂਸ ਆਉਂਦੀ ਹੈ ਜਦੋਂ
ਕਿਸੇ ਵੀ ਕਿਸਮ ਦਾ ਮਾਨਸਿਕ ਰੋਗ ਹੁੰਦਾ, ਉਹ ਸਾਰੀਆਂ ਚੀਜ਼ਾਂ ਨੂੰ ਮਾਨਸਿਕ ਡਿਸਆਰਡਰਸ ਦੀ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ। ਤੇ ਇਹ ਅੱਗੇ ਵੀ ਹੋਰ ਇਹਦੀਆਂ ਟਾਈਪਸ ਹੈ, ਜਿਵੇਂ ਕਹਿੰਦੇ ਆ ਨਾ ਕਈ ਵਾਰੀ ਕਿਸੇ ਨੂੰ ਮਾਨਸਿਕ ਰੋਗ ਹੈ, ਪਿੱਛੇ ਜੇ ਵੀ ਕਰੋਨਾ ਵੇਲੇ ਤਾਲਾਬੰਦੀ ਰਹੀ ਹੈ ਜਦੋਂ ਲੋਕਾਂ ਨੂੰ, ਬੜੇ ਲੋਕਾਂ ਨੇ ਇਸ ਚੀਜ਼ ਪਿੱਛੇ ਗੱਲਾਂ ਠਾਈਆਂ ਕਿ ਸਾਨੂੰ ਡਿਪਰੈਸ਼ਨ ਹੋ ਗਿਆ, ਜਾਂ ਮੇਨਲੀ ਆਪਾਂ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਡਿਪਰੈਸ਼ਨ ਸਿਰਫ ਆਹੀ ਵਰਡ ਹੈ ਜਿਹਨੂੰ ਅਸੀਂ ਜਾਣਦੇ ਹਾਂ ਕਿ ਮਾਨਸਿਕ ਰੋਗ ਇਹੀ ਹੈ। ਤੁਸੀਂ ਇਹਦੇ ਬਾਰੇ ਕੁਝ ਵਿਸਤਾਰ 'ਚ ਦੱਸੋ, ਕਿਉਂਕਿ ਜਦੋਂ ਇੱਕ ਵਾਰੀ ਗੱਲ ਸੁਣਦੇ ਆ ਨਾ, ਸੋਚਣ ਵਾਲੇ ਨੂੰ ਲੱਗਦਾ ਕਿ ਤੇ ਆਹ ਗੱਲ ਮੈਨੂੰ ਤਾਂ ਨਹੀਂ, ਮੈਂ ਵੀ ਸੋਚਦਾ ਜ਼ਿਆਦਾ ਤੇ ਮੈਨੂੰ ਵੀ ਆਹ ਚੀਜ਼ਾਂ ਹੁੰਦੀਆਂ। ਤੁਸੀਂ ਦੱਸੋ ਇਹਦੇ ਬਾਰੇ। ਜਿੱਦਾਂ ਤੁਸੀਂ ਕਿਹਾ ਨਾ ਕਿ ਸਾਨੂੰ ਜ਼ਿਆਦਾਤਰ ਲੋਕਾਂ ਨੂੰ ਆਮ ਸੁਸਾਇਟੀ ਦੇ ਵਿੱਚ ਸਿਰਫ ਡਿਪਰੈਸ਼ਨ ਦਾ ਪਤਾ ਹੈਗਾ, ਜਾਂ ਹੋਰ ਪੰਜਾਬੀ 'ਚ ਕਿਹਾ ਜਾਂਦਾ ਕਿ ਟੈਨਸ਼ਨ ਲੈ ਗਿਆ, ਸਿਰਫ ਇਹ ਚੀਜ਼ ਬਾਰੇ ਪਤਾ। ਅਤੇ ਜੇ ਆਪਾਂ ਗੱਲ ਕਰੀਏ ਤਾਂ ਮਾਨਸਿਕ ਰੋਗ ਮੇਨ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਗੰਭੀਰ ਜਿਨ੍ਹਾਂ ਨੂੰ ਸੀਵੀਅਰ ਮੈਂਟਲ ਡਿਸਆਰਡਰਸ ਕਹਿੰਦੇ ਆ, ਅਤੇ ਇੱਕ ਸਧਾਰਨ ਕਾਮਨ ਮੈਂਟਲ ਡਿਸਆਰਡਰਸ ਹੁੰਦੇ ਆ। ਅਤੇ ਇਹਨਾਂ ਬਾਰੇ ਘੱਟ ਇਸ ਕਰਕੇ ਪਤਾ ਹੈਗਾ ਕਿਉਂਕਿ ਸੁਸਾਇਟੀ 'ਚ ਸਟਿਗਮਾ ਗਾ, ਭੇਦਭਾਵ ਆ। ਸਾਡੇ ਅਕਸਰ ਜੇ ਕਿਸੇ ਨੂੰ ਮਾਨਸਿਕ ਸਮੱਸਿਆ ਹੈਗੀ, ਮਾਨਸਿਕ ਰੋਗ ਆ, ਚਾਹੇ ਗੰਭੀਰ ਆ ਚਾਹੇ ਸਧਾਰਨ ਆ, ਤਾਂ ਉਹਨੂੰ ਪਾਗਲ ਦੇ ਨਾਂ 'ਤੇ ਲੇਬਲ ਕਰ ਦਿੱਤਾ ਜਾਂਦਾ। ਡਿਪਰੈਸ਼ਨ ਵਾਲੇ ਨੂੰ ਹਾਲਾਂਕਿ ਨਹੀਂ ਕਹਿੰਦੇ, ਪਰ ਸੀਵੀਅਰ ਮੈਂਟਲ ਡਿਸਆਰਡਰ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਸੀਵੀਅਰ ਮੈਂਟਲ ਡਿਸਆਰਡਰਸ ਦੇ ਵਿੱਚ ਸਭ ਤੋਂ ਮੇਨ ਸਕਿਜ਼ੋਫਰੇਨੀਆ ਗਾ। ਤਾਂ ਸਕਿਜ਼ੋਫਰੇਨੀਆ ਇੱਕ ਅਜਿਹਾ ਮਾਨਸਿਕ ਰੋਗ ਆ ਜਿਹਦੇ 'ਚ ਇਨਸਾਨ ਆਪਣੀ ਸੁੱਧ ਬੁੱਧ ਖੋ ਬਹਿੰਦਾ ਗਾ, ਉਹਨੂੰ ਆਪਣੀ ਰਿਐਲਿਟੀ ਦੇ ਵਿੱਚ ਉਹ ਨਹੀਂ ਹੁੰਦਾ, ਰਿਐਲਿਟੀ ਦੇ ਨਾਲ ਉਹ ਟੱਚ ਉਹਦਾ ਟੁੱਟ ਜਾਂਦਾ ਗਾ। ਜਿੱਦਾਂ ਅਕਸਰ ਅਸੀਂ ਦੇਖਦੇ ਹਾਂ ਕਿ ਕੋਈ ਸੜਕ ਦੇ ਉੱਪਰ ਬਹੁਤ ਅਜਿਹੀ ਅਵਸਥਾ 'ਚ ਆ ਜਿਹਦੇ ਕਿ ਕੱਪੜੇ ਖਰਾਬ ਨੇ, ਉਹਦੀ ਹਾਲਤ ਬੜੀ ਬੁਰੀ ਹੁੰਦੀ ਹੈ, ਤਾਂ ਲੋਕ ਆਮ ਤੌਰ 'ਤੇ ਕਹਿੰਦੇ ਆ ਕਿ ਪਾਗਲ ਘੁੰਮਦਾ ਫਿਰਦਾ। ਤਾਂ ਬਹੁਤੇ ਲੋਕਾਂ ਨੂੰ ਅਜਿਹਿਆਂ ਨੂੰ ਕਿਸੇ ਕਿਸਮ ਦਾ ਸੀਵੀਅਰ ਮੈਂਟਲ ਡਿਸਆਰਡਰ ਹੋ ਸਕਦਾ ਹੁੰਦਾ, ਅਤੇ ਜ਼ਿਆਦਾਤਰ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਸਕਿਜ਼ੋਫਰੇਨੀਆ ਨਾਂ ਦੀ ਬਿਮਾਰੀ ਹੁੰਦੀ ਹੈ। ਜਿੱਦਾਂ ਖਾਸ ਤੌਰ 'ਤੇ ਲੋਕਾਂ ਨੂੰ ਅੱਜ ਕੱਲ੍ਹ ਸਮਾਜ ਸੇਵੀ ਸੰਸਥਾਵਾਂ ਘਰਾਂ ਦੇ ਵਿੱਚੋਂ ਰੈਸਕਿਊ ਕਰਦੇ ਆ, ਜਿਹੜੇ ਬਹੁਤ ਬੁਰੀ ਹਾਲਤ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਆਪਣੇ ਖਾਣ ਪੀਣ ਦਾ ਨਹੀਂ ਪਤਾ, ਕੱਪੜੇ ਬਹੁਤ ਗੰਦੇ ਹੈਗੇ, ਠੀਕ ਹੈ, ਪਰਿਵਾਰ ਨਾਲ ਟੁੱਟਿਆ, ਕਈ ਵਾਰੀ ਤਾਂ ਸਾਰਾ ਪਰਿਵਾਰ ਹੀ ਇੱਦਾਂ ਦਾ ਸਾਨੂੰ ਮਿਲਦਾ ਗਾ। ਤਾਂ ਸਕਿਜ਼ੋਫਰੇਨੀਆ ਨਾਂ ਦੀ ਬਿਮਾਰੀ ਨਾਲ ਪੀੜਤ ਹੋ ਸਕਦੇ ਆ ਉੱਦਾਂ ਦੇ ਲੋਕ, ਅਤੇ ਪਰ ਸਾਡਾ ਸਮਾਜ ਉਹਨਾਂ ਨੂੰ ਪਾਗਲ ਕਹਿ ਦਿੰਦਾ, ਜਿਸ ਕਰਕੇ ਜੇ ਕਿਸੇ ਹੋਰ ਨੂੰ ਉੱਦਾਂ ਦੇ ਸਿੰਪਟਮਸ ਹੋਣ ਵੀ, ਚਾਹੇ ਉਹ ਜ਼ਰੂਰੀ ਨਹੀਂ ਕਿ ਹਰ ਇੱਕ ਦੀ ਹਾਲਤ ਇੰਨੀ ਗੰਦੀ ਹੋਊ, ਕੁਛ ਲੋਕ ਬਹੁਤ ਵਧੀਆ ਹਾਲਤ ਦੇ ਵਿੱਚ ਵੀ ਹੋਣਗੇ, ਪਰ ਉਹਨਾਂ ਨੂੰ ਅਜਿਹੀਆਂ ਸਾਰੀਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਦਰਪੇਸ਼ ਆਉਂਦੀਆਂ ਨੇ ਕਿ ਉਹ ਆਊਟ ਆਫ ਰਿਐਲਿਟੀ ਹੁੰਦੇ ਹੈਗੇ। ਜਿੱਦਾਂ ਮੈਂ ਐਗਜ਼ਾਮਪਲ ਦਿੰਦਾ, ਕਿਸੇ ਨੂੰ ਆਵਾਜ਼ਾਂ ਸੁਣਾਈ ਦਿੰਦੀਆਂ ਨੇ, ਕੁਛ ਦਿਖਾਈ ਦਿੰਦਾ ਜਿਹੜਾ ਮੌਜੂਦ ਨਹੀਂ ਹੁੰਦਾ, ਬਹੁਤ ਜ਼ਿਆਦਾ ਲੋੜ ਤੋਂ ਬਿਨਾਂ ਸ਼ੱਕ ਵਹਿਮ ਕਰਦੇ ਆ ਉਹ, ਕੁਛ ਇੱਕ ਮਾਮਲਿਆਂ ਦੇ ਵਿੱਚ ਉਹਨਾਂ ਦਾ ਜਿਹੜਾ ਹਿੰਸਕ ਵਿਵਹਾਰ ਵੀ ਸਾਹਮਣੇ ਆਉਂਦਾ ਗਾ। ਅਤੇ ਇਸ ਡਰ ਕਰਕੇ ਫਿਰ ਪਰਿਵਾਰ ਵੀ ਅਤੇ ਉਹ ਇਨਸਾਨ ਵੀ ਲੁਕੋ ਲੈਂਦਾ ਕਿ ਸਾਨੂੰ ਲੋਕ ਕਹਿਣਗੇ ਕਿ ਇਹਨਾਂ ਦਾ ਪਰਿਵਾਰਕ ਮੈਂਬਰ ਪਾਗਲ ਆ, ਉਹ ਮੈਂਟਲ ਆ। ਇਸ ਕਰਕੇ ਲੋਕ ਇਲਾਜ ਲਈ ਨਹੀਂ ਜਾਂਦੇ, ਅਤੇ ਜਦੋਂ ਬਿਲਕੁਲ ਹੱਦ ਹੋ ਜਾਂਦੀ ਆ ਤਾਂ ਉਸ ਲੈਵਲ 'ਤੇ ਜਾਂਦੇ ਆ, ਅਤੇ ਲੋਕ ਫਿਰ ਸਮਾਜ ਵੀ ਉਹਨਾਂ ਨਾਲ ਜਿਹੜਾ ਸਟਿਗਮਾ ਕਰਦਾ ਗਾ। ਬਈ ਇਹ ਹੁੰਦਾ ਕਿਵੇਂ ਹੈ ਕਿ ਕਿਸੇ ਨੂੰ, ਜੇ ਸਕਿਜ਼ੋਫਰੇਨੀਆ ਦੀ ਗੱਲ ਕਰ ਲਈਏ ਜੋ ਕਿ ਬਹੁਤ ਜ਼ਿਆਦਾ ਗੰਭੀਰਤਾ ਵਿੱਚ ਮਾਨਸਿਕ ਰੋਗ ਹੈ, ਇਹਨੂੰ ਆਪਾਂ ਨੂੰ ਕਿਵੇਂ ਲੱਗਦਾ ਕਿਵੇਂ ਹੈ? ਕਿਤੇ ਨਾ ਕਿਤੇ ਸਰੀਰਕ ਰੋਗਾਂ ਦਾ ਤਾਂ ਸਾਇੰਟਿਸਟ ਨੇ ਪਤਾ ਲੱਗ ਜਾਂਦਾ ਨਾ, ਕਿਸੇ ਨੂੰ ਕੋਈ ਡਿਸੇਬਿਲਿਟੀ ਆ ਉਹ ਵੀ ਪਤਾ, ਜਾਂ ਕਿਸੇ ਦੇ ਕੋਈ ਸੱਟ ਫੇਟ ਲੱਗ ਗਈ ਉਹ ਵੀ ਚੀਜ਼ ਪਤਾ ਲੱਗ ਗਈ, ਪਰ ਮਾਨਸਿਕ ਰੋਗਾਂ ਦਾ ਇਹਦੀ ਜੜ ਕੀ ਹੈ? ਮਾਨਸਿਕ ਰੋਗਾਂ ਦਾ ਜਿਹੜਾ ਐਕਚੁਅਲ ਦੇ ਵਿੱਚ ਫੈਕਟਰਸ ਆਪਾਂ ਕਹਿ ਲਈਏ ਤਾਂ ਤਿੰਨ ਚੀਜ਼ਾਂ ਮੰਨੀਆਂ ਜਾਂਦੀਆਂ ਨੇਗੀਆਂ, ਕੋਈ ਇੱਕ ਚੀਜ਼ ਨਹੀਂ, ਅਤੇ ਤਿੰਨੇ ਚੀਜ਼ਾਂ ਸੀਕੁਐਂਸ ਦੇ ਵਿੱਚ ਦੇਖਣੀਆਂ ਪੈਂਦੀਆਂ ਨੇ ਕਿ ਬਾਇਓਲੋਜੀਕਲ ਫੈਕਟਰਸ ਕੀ ਨੇ, ਜਾਣੀ ਕਿ ਜਿੱਦਾਂ ਮੰਨ ਲਓ ਆਪਾਂ ਕਹਿੰਦੇ ਹਾਂ ਕਿ ਕਿਸੇ ਨੂੰ ਵਿਰਸੇ ਦੇ ਵਿੱਚ ਬਿਮਾਰੀ ਮਿਲੀ ਆ, ਮੰਨ ਲਓ ਕਿਸੇ ਦੀ ਫੈਮਿਲੀ ਦੇ ਵਿੱਚ ਮੈਂਟਲ ਇਲਨੈਸ ਚੱਲੀ ਆਉਂਦੀ ਹੈ, ਤਾਂ ਹੋ ਸਕਦਾ ਕੁਛ ਜੀਨਸ ਅੱਗੇ ਪੀੜ੍ਹੀ ਦੇ ਵਿੱਚ ਚਲੇ ਜਾਂਦੇ ਆ, ਉਹ ਵੀ ਇੱਕ ਫੈਕਟਰ ਹੋ ਸਕਦਾ। ਦੂਜੇ 'ਤੇ ਹੈ ਸਾਈਕੋਲੋਜੀਕਲ, ਮਨੋਵਿਗਿਆਨਕ, ਕਿ ਕਿਸੇ ਦੀ ਪਰਸਨੈਲਿਟੀ ਇੱਦਾਂ ਦੀ ਹੈ ਕਿ ਉਹ ਬਹੁਤ ਜ਼ਿਆਦਾ ਸਟਰੈਸ ਲੈਂਦਾ ਗਾ ਜਾਂ ਸਟਰੈਸ ਹੈਂਡਲ ਨਹੀਂ ਕਰ ਪਾਉਂਦਾ, ਉਹਦੀ ਕੋਪਿੰਗ ਜਾਣੀ ਕਿ ਕਿਸੇ ਸਿਚੁਏਸ਼ਨ ਦੇ ਨਾਲ ਲੜ ਸਕਣ ਦੀ ਸਮਰੱਥਾ ਕਮਜ਼ੋਰ ਆ ਗਈ, ਇੰਨੀ ਵਧੀਆ ਨਹੀਂ ਹੈ। ਤੀਜਾ ਹੋ ਗਿਆ ਇਨਵਾਇਰਮੈਂਟਲ ਫੈਕਟਰਸ, ਜਿਸ ਅਸੀਂ ਇਨਵਾਇਰਮੈਂਟ ਦੇ ਵਿੱਚ ਰਹਿੰਦੇ ਆਂਗੇ, ਕੋਈ ਪੋਵਰਟੀ ਆ, ਅਨਐਮਪਲੋਇਮੈਂਟ ਆ, ਜਿੱਦਾਂ ਹੁਣ ਇੱਕ ਯੂਕਰੇਨ ਦੇ ਵਿੱਚ ਜੰਗ ਲੱਗੀ ਹੈ, ਕੋਈ ਇੱਦਾਂ ਦਾ ਅਚਾਨਕ ਮਾਹੌਲ ਆ ਜੇ, ਤਾਂ ਇਹ ਸਾਰੇ ਕੰਬੀਨੇਸ਼ਨਸ ਕੰਮ ਕਰਦੇ ਆ। ਐਗਜ਼ਾਮ ਦਾ ਬੜਾ ਸਟਰੈਸ ਹੈਗਾ ਯੂਥ ਦੇ ਉੱਪਰ, ਅਨਐਮਪਲੋਇਮੈਂਟ ਆ ਗਈ, ਤਾਂ ਕੋਈ ਵੀ ਫੈਕਟਰਸ ਇਕੱਠੇ ਹੋ ਸਕਦੇ ਆ, ਅਤੇ ਉਹਨਾਂ ਦੇ ਇਕੱਠੇ ਹੋਣ ਦੇ ਨਾਲ ਇੱਕ ਖਾਸ ਕਿਸਮ ਦੇ ਹਾਰਮੋਨਸ ਵੱਧ ਜਾਂ ਘੱਟ ਜਾਂਦੇ ਆ ਸਾਡੇ 'ਚ, ਉਹਦੇ ਕਾਰਨ ਇੱਦਾਂ ਦੇ ਡਿਸਆਰਡਰਸ ਹੋ ਜਾਂਦੇ ਆ। ਪਰ ਕੋਈ ਵੀ ਇੱਕ ਸਪੈਸੀਫਿਕ ਰੀਜ਼ਨ ਨਹੀਂ ਹੈ ਕਿ ਸਿਰਫ ਇੱਕ ਚੀਜ਼ ਕਰਕੇ ਹੁੰਦਾ ਗਾ। ਹਾਂਜੀ, ਕਿ ਮੈਨੂੰ ਲੱਗਦਾ ਹੈ ਇਹ ਅਜਿਹਾ ਰੋਗ ਹੈ ਜਿਹਦਾ ਹਾਲੇ ਤੱਕ ਕੋਈ ਪ੍ਰੋਪਰ ਜੜ ਲੱਭੀ ਨਹੀਂ ਗਈ ਹਾਲੇ ਤੱਕ, ਨਾ ਹੀ ਇਹਦਾ ਪ੍ਰੋਪਰ ਕੋਈ ਇਲਾਜ ਲੱਭਿਆ ਗਿਆ ਕਿ ਨਹੀਂ?
ਜਿੱਥੋਂ ਤੱਕ ਇਲਾਜ ਦੀ ਗੱਲ ਆ, ਜਿਹੜਾ ਕਾਰਨ ਆ ਉਹ ਤਾਂ ਵੱਖ-ਵੱਖ ਹੋ ਸਕਦੇ, ਅਸੀਂ ਕਦੇ ਵੀ ਇੱਕ ਸਿਗਨੀਫੀਕੈਂਟ ਨਹੀਂ ਦੱਸ ਸਕਦੇ। ਇੱਦਾਂ ਤਾਂ ਹਾਲੇ ਤੱਕ ਕੈਂਸਰ ਦਾ ਵੀ ਨਹੀਂ ਪਤਾ ਕਿ ਕਿਉਂ ਹੁੰਦਾ ਗਾ, ਪਰ ਇਲਾਜ ਕਾਫੀ ਹੱਦ ਤੱਕ ਸੰਭਵ ਹੈਗਾ। ਖਾਸ ਤੌਰ 'ਤੇ ਜੇ ਸ਼ੁਰੂਆਤ ਦੇ ਵਿੱਚ ਇਲਾਜ ਸ਼ੁਰੂ ਹੋ ਜਾਏ, ਜਦੋਂ ਇਲਨੈਸ ਸਟਾਰਟ ਹੁੰਦੀ ਆ। ਪਰ ਸ਼ੁਰੂਆਤ ਪਤਾ ਕਿਵੇਂ ਲੱਗੂਗੀ ਕਿ ਸ਼ੁਰੂ ਹੋ ਗਿਆ? ਸਭ ਤੋਂ ਵੱਡੀ ਦਿੱਕਤ ਇਹੀ ਹੈਗੀ ਹੈ ਨਾ ਕਿ ਸੁਸਾਇਟੀ 'ਚ ਪਤਾ ਨਹੀਂ ਆ, ਅਤੇ ਮੇਰਾ ਪ੍ਰੋਫੈਸ਼ਨ ਹੀ ਇਹ ਹੈ ਕਿ ਮੈਂ ਲੋਕਾਂ ਨੂੰ ਦੱਸ ਦਾਂਗਾ ਜਾ ਕੇ, ਅਤੇ ਸੌਖੀ ਭਾਸ਼ਾ 'ਚ ਦੱਸਣ ਦੀ ਕੋਸ਼ਿਸ਼ ਕਰ ਦਾਂਗਾ ਕਿ ਮਾਨਸਿਕ ਬਿਮਾਰੀ ਹੁੰਦੀ ਕੀ ਹੈ, ਇਹਦੇ ਸਿੰਪਟਮ ਕੀ ਨੇ। ਜੇ ਸਾਨੂੰ ਸ਼ੁਰੂ 'ਚ ਪਤਾ ਹੋਊ, ਜਿੱਦਾਂ ਸਾਨੂੰ 1-2 ਦਿਨ ਬੁਖਾਰ ਰਹਿੰਦਾ, ਅਸੀਂ ਤੁਰੰਤ ਦਵਾਈ ਲੈਂਦੇ ਹਾਂ, ਵੱਧ ਦਿਨ ਰਹੇ ਅਸੀਂ ਟੈਸਟ ਕਰਵਾਉਂਦੇ ਹਾਂ। ਪਰ ਮੈਂਟਲ ਡਿਸਆਰਡਰਸ ਤਾਂ ਅਸੀਂ ਕਈ ਵਾਰ ਸਾਲ ਲੰਘਾ ਦਿੰਦੇ ਹਾਂ, ਕਈ ਸਾਲ। ਅਤੇ ਉਹਦਾ ਇੱਕ ਹੋਰ ਕੀ ਹੈ ਕਿ ਅਸੀਂ ਤੁਰੇ ਫਿਰਦੇ ਆਂਗੇ, ਉਹਨੂੰ ਭੂਤ ਪ੍ਰੇਤ ਨੇ ਫੜ ਲਿਆ, ਕੋਈ ਓਪਰੀ ਹਵਾ ਆ ਗਈ, ਅਸੀਂ ਕਿਸੇ ਬਾਬੇ ਜਾਦੂ ਟੂਣਿਆਂ ਵੱਲ ਭੱਜਦੇ ਆਂਗੇ। ਉਹਦੇ ਕਾਰਨ ਵੀ ਟਰੀਟਮੈਂਟ ਡਿਲੇ ਹੋ ਜਾਂਦਾ। ਅਤੇ ਜੇ ਇਲਾਜ ਚੱਲੇ ਤਾਂ ਲੋਕ ਬਹੁਤ ਵਧੀਆ ਜੀਵਨ ਜਿਉਂ ਸਕਦੇ ਆ। ਤੁਸੀਂ ਇੱਕ ਨਜ਼ਰ 'ਚ ਦੇਖ ਕੇ ਦੱਸ ਨਹੀਂ ਸਕਦੇ ਕਿ ਇਸ ਵਿਅਕਤੀ ਨੂੰ ਇਵਨ ਸਕਿਜ਼ੋਫਰੇਨੀਆ ਵੀ ਰਿਹਾ ਗਾ। ਜਦੋਂ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਚੱਲਦਾ ਗਾ, ਰੀਹੈਬਲੀਟੇਸ਼ਨ ਹੁੰਦਾ ਗਾ, ਹੈ ਨਾ, ਦਵਾਈਆਂ ਵਾਲਾ ਅਤੇ ਬਿਨਾਂ ਦਵਾਈਆਂ ਵਾਲਾ ਦੋਨੋਂ ਕਿਸਮ ਦਾ ਇਲਾਜ ਹੁੰਦਾ ਗਾ। ਜਿੱਦਾਂ ਸਾਡਾ ਜ਼ਿਆਦਾ ਕੰਮ, ਮੇਰਾ ਕੰਮ ਬਿਨਾਂ ਦਵਾਈਆਂ ਵਾਲੇ ਇਲਾਜ ਦਾ ਗਾ, ਅਤੇ ਦੋਨੋਂ ਕਿਸਮ ਦਾ ਟਰੀਟਮੈਂਟ ਹੋਣਾ ਬੜਾ ਜ਼ਰੂਰੀ ਆ। ਅਤੇ ਉਹਦੇ ਨਾਲ ਵਧੀਆ ਲਾਈਫ ਕੋਈ ਵੀ ਜਿਉਂ ਸਕਦਾ ਇਨਸਾਨ ਜਿਹਨੂੰ ਮੈਂਟਲ ਇਲਨੈਸ ਹੈ। ਕੋਈ ਇੱਦਾਂ ਦੀ ਚੀਜ਼ ਨਹੀਂ ਹੈ ਕਿ ਉਹਨੂੰ ਸੁਸਾਇਟੀ 'ਚ ਰਹਿ ਹੀ ਨਹੀਂ ਸਕਦਾ, ਬਹੁਤ ਵਧੀਆ ਕੰਮ ਕਰ ਸਕਦਾ ਗਾ, ਵਧੀਆ ਆਪਣੀ ਫੈਮਿਲੀ ਦੇ ਵਿੱਚ ਰਹਿ ਸਕਦਾ ਗਾ, ਜੋਬ ਕਰ ਸਕਦਾ ਗਾ, ਪੜ੍ਹ ਸਕਦਾ ਗਾ। ਪਰ ਉਹਦੇ ਲਈ ਜ਼ਰੂਰੀ ਹੈ ਕਿ ਸਮਝ ਹੋਵੇ ਅਤੇ ਨਾਲ ਟਰੀਟਮੈਂਟ ਚੱਲੇ। ਮੈਂ ਫਿਰ ਆਪਣੇ ਸਵਾਲ ਤੇ ਆ ਰਹੀ ਹਾਂ ਕਿ ਪਤਾ ਕਿਵੇਂ ਲੱਗੂਗਾ ਕਿ ਆ ਮਾਨਸਿਕ ਰੋਗ, ਮੈਨੂੰ ਕੋਈ ਇਸ਼ੂ ਹੋਣਾ ਸਟਾਰਟ ਹੋ ਗਿਆ? ਬੰਦਾ ਕਦੋਂ ਜਾਵੇ ਡਾਕਟਰ ਕੋਲੇ, ਅਤੇ ਕਿਹੜੀ ਚੀਜ਼ ਸਿਗਨੀਫਾਈ ਕਰਦੀ ਹੈ, ਕੀ ਸਿਗਨਲ ਦਿੰਦੀ ਹੈ ਆਪਣੀ ਬਾਡੀ? ਹਾਂਜੀ, ਜਿੱਦਾਂ ਨਾ ਸਾਨੂੰ ਸਿੰਪਟਮਸ ਪਤਾ ਹੋਣੇ ਚਾਹੀਦੇ ਹੈਗੇ। ਸਭ ਤੋਂ ਪਹਿਲਾਂ ਤਾਂ ਜਦੋਂ ਕੋਈ ਵੀ ਮਾਨਸਿਕ ਰੋਗ ਹੁੰਦਾ ਤਾਂ ਸਾਡੀ ਜਿਹੜੀ ਪਹਿਲਾਂ ਦੀ ਜ਼ਿੰਦਗੀ ਆ, ਜਿਹਦੇ 'ਚ ਤੁਸੀਂ ਆਪਣੇ ਡੇਲੀ ਦੇ ਕੰਮਕਾਰ ਬੜੀ ਆਸਾਨੀ ਨਾਲ ਕਰ ਰਹੇ ਹੋਗੇ, ਉਹ ਕਰਨ ਦੇ ਵਿੱਚ ਦਿੱਕਤ ਆਊਗੀ। ਜੇ ਤੁਸੀਂ ਕੋਈ ਜੋਬ ਕਰਦੇ ਹੋ, ਤੁਸੀਂ ਜੋਬ ਨਹੀਂ ਕਰ ਪਾਓਗੇ, ਪੜ੍ਹਾਈ ਕਰਦੇ ਹੋ, ਪੜ੍ਹਾਈ ਨਹੀਂ ਕਰ ਪਾਓਗੇ। ਮੈਂ ਇੱਕ ਐਗਜ਼ਾਮਪਲ ਦਿੰਦਾ, ਸਭ ਤੋਂ ਕਾਮਨ ਚੀਜ਼ ਦੀ, ਡਿਪਰੈਸ਼ਨ ਦੀ। ਤਾਂ ਡਿਪਰੈਸ਼ਨ ਦੇ 3 ਬੜੇ ਮੇਨ ਸਿੰਪਟਮ ਨੇ ਕਿ ਬਹੁਤ ਜ਼ਿਆਦਾ ਉਦਾਸ ਮਨ ਹੋਊਗਾ, ਤੁਹਾਡਾ ਕੰਮ ਕਰਨ ਨੂੰ ਮਨ ਨਹੀਂ ਕਰੂਗਾ, ਤੁਹਾਡੇ ਸਰੀਰ 'ਚ ਬਹੁਤ ਜ਼ਿਆਦਾ ਥਕਾਨ ਹੋਊਗੀ, ਤੁਹਾਡਾ ਨੀਂਦ ਦਾ ਅਤੇ ਭੁੱਖ ਦਾ ਸੰਤੁਲਨ ਵਿਗੜ ਜੂਗਾ, ਤੁਹਾਨੂੰ ਮਰਨ ਦੇ ਖਿਆਲ ਆਉਣੇ ਸ਼ੁਰੂ ਹੋ ਸਕਦੇ ਆ, ਤੁਹਾਡਾ ਸਰੀਰ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰੂਗਾ। ਇੱਦਾਂ ਦੇ ਸਿੰਪਟਮਸ ਆਉਣਗੇ ਅਤੇ ਉਹਦੇ ਨਾਲ ਉਹ ਲੰਬਾ ਸਮਾਂ ਰਹਿਣਗੇ, ਹੈ ਨਾ। ਇਹ ਨਹੀਂ ਕਿ ਦਿਨ ਦੇ ਵਿੱਚ 1-2 ਘੰਟੇ, ਦਿਨ ਦਾ ਜ਼ਿਆਦਾਤਰ ਸਮਾਂ। ਅਤੇ ਲਗਾਤਾਰ ਜਦੋਂ ਸਿੰਪਟਮਸ ਚੱਲਣਗੇ ਤਾਂ ਤੁਹਾਡੀ ਜਿਹੜੀ ਲਾਈਫ ਆ ਉਹ ਪਹਿਲਾਂ ਵਰਗੀ ਜਾਂ ਆਮ ਵਰਗੀ ਨਹੀਂ ਰਹੂਗੀ, ਅਤੇ ਤੁਹਾਡੀ ਲਾਈਫ ਡਿਸਟਰਬ ਹੋਊਗੀ। ਫਿਰ ਸਾਨੂੰ ਮੰਨਣਾ ਚਾਹੀਦਾ ਕਿ ਹਾਂ, ਮੇਰੇ ਨਾਲ ਕੋਈ ਦਿੱਕਤ ਆ ਨਾ, ਮੈਂ ਕਿਸੇ ਸਮੱਸਿਆ 'ਚੋਂ ਲੰਘ ਰਿਹਾ ਗਾ, ਅਤੇ ਫਿਰ ਸਾਨੂੰ ਉਹਦੇ ਲਈ ਕਿਸੇ ਡਾਕਟਰ ਕੋਲ ਜਾਣਾ ਪਊ। ਜਿੱਦਾਂ ਮੈਂ ਸਕਿਜ਼ੋਫਰੇਨੀਆ 'ਚ ਦੱਸਿਆ, ਬੰਦਾ ਸ਼ੱਕ ਵਹਿਮ ਕਰਦਾ, ਕੁਛ ਆਵਾਜ਼ਾਂ ਸੁਣਾਈ ਦਿੰਦੀਆਂ ਨੇ, ਸਾਰੀਆਂ ਗਿਆਨ ਇੰਦਰੀਆਂ, ਸੈਂਸਿਸ ਸਾਡੇ ਰੋਂਗ, ਸਾਨੂੰ ਇਨਫੋਰਮੇਸ਼ਨ ਮਿਲਦੀ ਆ ਉਸ ਇਨਸਾਨ ਨੂੰ, ਅਤੇ ਉਹ ਕਹਿੰਦਾ ਕੋਈ ਦਿਖਾਈ ਦੇ ਰਿਹਾ ਮੈਨੂੰ, ਕੁਛ ਸੁਣਾਈ ਦੇ ਰਿਹਾ, ਜਿਹੜਾ ਕਿ ਮੌਜੂਦ ਨਹੀਂ ਹੁੰਦਾ। ਬਾਈਪੋਲਰ ਡਿਸਆਰਡਰ ਆ, ਜਿਹਦੇ 'ਚ ਡਿਪਰੈਸ਼ਨ ਵੀ ਹੁੰਦਾ ਅਤੇ ਮੇਨੀਆ ਵੀ ਹੁੰਦਾ। ਇਨਸਾਨ ਕਦੇ ਬਹੁਤ ਉਦਾਸੀ 'ਚ ਹੈਗਾ, ਫਿਰ ਨਾਰਮਲ ਹੋ ਜਾਂਦਾ, ਫਿਰ ਉਦੋਂ ਬਿਲਕੁਲ ਆਪੋਜ਼ਿਟ, ਜਿਹਨੂੰ ਮੈਨਿਕ ਫੇਸ ਕਹਿੰਦੇ ਹਾਂ ਅਸੀਂ, ਬਹੁਤ ਤੇਜ਼ੀ ਦੇ ਦੌਰ ਦੇ ਵਿੱਚ ਜਾਂਦਾ ਗਾ ਉਹ। ਅਤੇ ਸਾਨੂੰ ਸਿੰਪਟਮਸ ਜਿਹੜੇ ਹੈਗੇ ਸਾਰੀਆਂ ਬਿਮਾਰੀਆਂ ਦੇ ਜੋ ਪਤਾ ਹੋਣਗੇ ਤਾਂ ਅਸੀਂ ਸ਼ਾਇਦ ਬਚਾਅ ਕਰ ਸਕਦੇ ਹਾਂ। ਜਿੱਦਾਂ ਸਾਨੂੰ ਕੋਵਿਡ ਦੇ ਵਿੱਚ ਦੱਸਿਆ ਗਿਆ, ਬਾਰ-ਬਾਰ ਸਰਕਾਰ ਨੇ ਘਰਾਂ ਤੱਕ ਆ ਕੇ ਦੱਸਿਆ ਕਿ ਇਹ ਸਿੰਪਟਮਸ ਨੇ, ਜੇ ਤੁਹਾਨੂੰ ਇਹ ਸਿੰਪਟਮਸ ਆਉਣ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰੋ, ਤੁਸੀਂ ਟੈਸਟ ਕਰਵਾਓ, ਤੁਸੀਂ ਇਹ ਕਰਵਾਓ। ਪਰ ਮਾਨਸਿਕ ਰੋਗਾਂ ਦੇ ਮਾਮਲੇ 'ਚ ਸਰਕਾਰ ਇੰਨੀ ਅਵੇਸਲੀ ਆ, ਸਿਸਟਮ ਇੰਨਾ ਅਵੇਸਲਾ ਗਾ, ਕੋਈ ਦੱਸਣਾ ਹੀ ਨਹੀਂ ਚਾਹੁੰਦਾ, ਅਤੇ ਬਹੁਤ ਵੱਡੀ ਗਿਣਤੀ ਮਾਨਸਿਕ ਰੋਗਾਂ ਤੋਂ ਪੀੜਤ ਆ। ਇਹ ਕਿਤੇ ਨਾ ਕਿਤੇ ਲੀਥੀਅਮ ਇੰਬੈਲੈਂਸ ਕਰਕੇ ਹੁੰਦਾ ਜਾਂ ਕਿਉਂ? ਜਿਵੇਂ ਸਰੀਰ ਵਿੱਚ ਕਿਤੇ ਵੱਧ ਗਿਆ ਤਾਂ ਬੰਦਾ ਬਾਹਲਾ ਖੁਸ਼ ਹੋ ਗਿਆ, ਘਟ ਗਿਆ ਤਾਂ ਬੰਦਾ ਉਦਾਸ ਹੋ ਗਿਆ। ਦੇਖੋ ਜੀ, ਕਈ ਤਰ੍ਹਾਂ ਦੇ ਨਾ ਹਾਰਮੋਨਸ ਨੇ, ਜਿੱਦਾਂ ਇੱਕ ਡੋਪਾਮਿਨ ਹਾਰਮੋਨ ਆ, ਸੀਰੋਟੋਨਿਨ ਹਾਰਮੋਨ ਆ, ਹੈ ਨਾ। ਇਹਨਾਂ ਦਾ ਅਲੱਗ-ਅਲੱਗ, ਇਹਨਾਂ ਦੇ ਜਦੋਂ ਬ੍ਰੇਨ ਦੇ ਵਿੱਚ ਇਹਨਾਂ ਦਾ ਰਿਸਾਵ ਆ ਜਿਹੜਾ ਕਹਿ ਲਈਏ ਘਟ ਜਾ ਵੱਧ ਜਾਂਦਾ, ਤਾਂ ਉਹਨਾਂ ਦੇ ਕਾਰਨ ਮੰਨਿਆ ਜਾਂਦਾ ਇਹ ਹੋ ਜਾਂਦਾ। ਪਰ ਉਹ ਸਾਡੇ ਵੱਸ ਦੇ ਵਿੱਚ ਨਹੀਂ ਆ। ਜਿਹੜੇ ਹੋਰ ਆਪਾਂ ਫੈਕਟਰਸ ਦੀ ਪਹਿਲਾਂ ਗੱਲ ਕੀਤੀ, ਉਹਨਾਂ ਤੋਂ ਆਪਾਂ ਇਹਨਾਂ ਨੂੰ ਜੱਜ ਕਰ ਸਕਦੇ ਹਾਂ ਕਿ ਹਾਂ, ਸ਼ਾਇਦ ਇਹ ਕਾਰਨਾਂ ਕਰਕੇ ਬਿਮਾਰੀ ਹੋਈ ਹੋ ਸਕਦੀ ਆ। ਪਰ ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਸਾਨੂੰ ਇਹ ਪਤਾ ਹੋਏ ਕਿ ਸਿੰਪਟਮਸ ਕਿਹੜੇ-ਕਿਹੜੇ ਨੇ, ਨਾ, ਲੱਛਣ ਕਿਹੜੇ-ਕਿਹੜੇ ਆ ਬਿਮਾਰੀ ਦੇ। ਅੱਛਾ, ਜੇ ਇਹ ਲੱਛਣ ਆ ਅਤੇ ਮੈਨੂੰ ਲੰਬੇ ਸਮੇਂ ਤੋਂ ਆ ਰਿਹਾ ਅਤੇ ਮੈਂ ਇਹਦੇ ਕਰਕੇ ਮੇਰਾ ਡੇਲੀ ਦਾ ਕੰਮਕਾਰ, ਮੇਰਾ ਸਾਰਾ ਕੁਛ ਹੀ ਜਿਹੜਾ ਰੋਜ਼ਾਨਾ ਦਾ ਹੁੰਦਾ ਉਹ ਡਿਸਟਰਬ ਹੋ ਰਿਹਾ, ਤਾਂ ਜ਼ਰੂਰ ਸਾਨੂੰ ਕਿਸੇ ਮਾਨਸਿਕ ਰੋਗਾਂ ਦੇ ਮਾਹਰ ਨੂੰ, ਕਿਸੇ ਅਜਿਹੇ ਇਨਸਾਨ ਨੂੰ ਮਿਲਣਾ ਚਾਹੀਦਾ ਜੋ ਸਾਨੂੰ ਹੈਲਪ ਕਰ ਸਕੇ। ਅਤੇ ਸਾਨੂੰ ਤਾਂ ਮੇਰਾ ਖਿਆਲ ਬਹੁਤ ਆਬਾਦੀ ਨੂੰ ਤਾਂ ਇਹ ਨਹੀਂ ਪਤਾ ਕਿ ਜੇ ਮਾਨਸਿਕ ਰੋਗ ਹੋਣ ਤਾਂ ਕਿਹੜੇ ਡਾਕਟਰ ਕੋਲ ਜਾਈਦਾ, ਜੇ ਕਿਹਦੇ ਕੋਲ ਜਾਈਦਾ ਗਾ। ਹੁਣ ਮਾਨਸਿਕ ਰੋਗਾਂ ਦਾ ਜਿਹੜਾ ਮਾਹਰ ਡਾਕਟਰ, ਉਹਨੂੰ ਸਾਈਕੈਟਰਿਸਟ ਕਹਿੰਦੇ, ਅਤੇ ਕਿੰਨੇ ਕੁ ਲੋਕਾਂ ਨੂੰ ਸਾਡੇ ਪਤਾ ਗਾ। ਅਤੇ ਇਹਦੇ 'ਚ ਮੈਂ ਇੱਕ ਹੋਰ ਗੱਲ ਐਡ ਕਰਨਾ ਚਾਹੁੰਦਾ, ਕਈ ਵਾਰੀ ਜ਼ਿਆਦਾਤਰ ਜਦੋਂ ਜਿਹੜੇ ਕਾਮਨ ਮੈਂਟਲ ਡਿਸਆਰਡਰਸ ਨੇ, ਜਦੋਂ ਉਹ ਹੁੰਦੇ ਆ, ਜਿੱਦਾਂ ਐਂਗਜ਼ਾਇਟੀ, ਡਿਪਰੈਸ਼ਨ ਆ, ਫੋਬੀਆਜ਼ ਨੇ, ਜਾਂ ਐਂਗਜ਼ਾਇਟੀ ਨਾਲ ਰਿਲੇਟਡ ਹੋਰ ਡਿਸਆਰਡਰਸ ਨੇ, ਉਹਨਾਂ 'ਚ ਕੀ ਹੁੰਦਾ ਕਿ ਸਾਨੂੰ ਸਰੀਰਕ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਆ। ਜਿੱਦਾਂ ਕਿਸੇ ਦਾ ਲੰਬਾ ਟਾਈਮ ਪੇਟ ਖਰਾਬ ਰਹਿੰਦਾ, ਕਿਸੇ ਦਾ ਸਿਰ ਦਰਦ ਹੁੰਦਾ ਰਹਿੰਦਾ ਗਾ, ਹੈ ਨਾ, ਕਿਸੇ ਦੇ
ਸਰੀਰ 'ਚ ਬਹੁਤ ਥਕਾਨ ਮਹਿਸੂਸ ਹੁੰਦੀ ਹੈ ਤਾਂ ਅਸੀਂ ਮੰਨਦੇ ਹਾਂ ਕਿ ਸਾਡੇ ਸਰੀਰ 'ਚ ਦਿੱਕਤ ਆ, ਕਿਉਂਕਿ ਸਾਨੂੰ ਸੁਸਾਇਟੀ ਸਟਿਗਮਾ ਇੰਨਾ, ਸਾਡਾ ਮਨ ਹੀ ਨਹੀਂ ਮੰਨਦਾ ਮੰਨਣ ਨੂੰ ਕਿ ਮੈਨੂੰ ਮਾਨਸਿਕ ਤੌਰ 'ਤੇ ਮੈਂ ਪਰੇਸ਼ਾਨ ਹੋ ਸਕਦਾ, ਮੈਨੂੰ ਕੋਈ ਦਿੱਕਤ ਹੋ ਸਕਦੀ ਹੈ। ਤਾਂ ਅਸੀਂ ਸਰੀਰਕ ਇਲਾਜ ਕਰਵਾਉਂਦੇ ਰਹਿੰਦੇ ਹਾਂ, ਜਦ ਕਿ ਉਹਦਾ ਇਲਾਜ ਕਾਹਦਾ ਹੋਣਾ ਹੁੰਦਾ, ਸਾਡੇ ਮਾਨਸਿਕ ਸਥਿਤੀ ਦਾ। ਜ਼ਰੂਰੀ ਨਹੀਂ ਕਿ ਹਰ ਵਾਰ ਦਵਾਈ ਹੋਏ, ਹੋ ਸਕਦਾ ਤੁਹਾਨੂੰ ਕਾਉਂਸਲਿੰਗ ਦੀ ਜ਼ਰੂਰਤ ਹੋਏ, ਤੁਹਾਨੂੰ ਥੈਰੇਪੀ ਦੀ ਜ਼ਰੂਰਤ ਹੋਏ, ਹੋ ਸਕਦਾ ਬਹੁਤ ਥੋੜ੍ਹੀ ਮੈਡੀਸਨ ਦੀ ਜ਼ਰੂਰਤ ਹੋਏ। ਤਾਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਜੇ ਸਾਨੂੰ ਪਤਾ ਹੋਏ ਤਾਂ ਅਸੀਂ ਇਹ ਚੀਜ਼ਾਂ ਅਵੇਲ ਕਰ ਸਕਦੇ। ਨਹੀਂ ਅਸੀਂ ਇੱਧਰ ਉੱਧਰ ਤੁਰੇ ਫਿਰਦੇ ਹਾਂ ਅਤੇ ਸਾਡੀ ਬਿਮਾਰੀ ਵੱਧਦੀ ਜਾਂਦੀ ਹੈ, ਜਿੱਦਾਂ ਕੋਈ ਹੋਰ ਬਿਮਾਰੀ ਹੁੰਦੀ ਹੈ। ਬਿਲਕੁਲ ਉਸੇ ਤਰੀਕੇ ਨਾਲ ਆ, ਜਿੰਨਾ ਅਸੀਂ ਲੇਟ ਕਰਦੇ ਹਾਂ ਤਾਂ ਬਿਮਾਰੀ ਵੱਧਦੀ ਜਾਂਦੀ ਹੈਗੀ। ਬਾਈ ਜੀ, ਜੇ ਇਲਾਜ ਦਾ ਗੱਲ ਕਰੀਏ, ਹੁਣ ਜਿਵੇਂ ਤੁਸੀਂ ਲੱਛਣ ਦੱਸੇ ਕਿ ਆਹ ਚੀਜ਼ਾਂ ਹੈ, ਜੇ ਕਿਸੇ ਨੂੰ ਐਨਜ਼ਾਈਟੀ ਹੁੰਦੀ ਹੋਵੇ, ਸਟ੍ਰੈਸ ਹੁੰਦੀ ਹੋਵੇ, ਕਈਆਂ ਦਾ ਢਿੱਡ ਦੁਖਣ ਲੱਗ ਜਾਂਦਾ ਹੈ, ਕਈਆਂ ਦਾ ਖਾਣ ਨੂੰ ਜੀਅ ਨਹੀਂ ਕਰਦਾ, ਕੋਈ ਓਵਰ ਈਟ ਕਰਦਾ ਹੈ, ਬੜੇ ਸਾਰੇ ਲੱਛਣ ਹੈ, ਕੋਈ ਇੱਕ ਪਰਟੀਕੂਲਰ ਲੱਛਣ ਨਹੀਂ ਹੈਗਾ ਡਿਪਰੈਸ਼ਨ ਦਾ ਜਾਂ ਮਾਨਸਿਕ ਰੋਗ ਦਾ। ਪਰ ਜੇ ਇਹਨਾਂ ਚੀਜ਼ਾਂ ਦੇ ਇਲਾਜ ਦੀ ਗੱਲ ਕਰੀਏ ਤਾਂ ਉਹ ਕੀ ਹੋਣਗੇ? ਜਦੋਂ ਇਲਾਜ ਦੀ ਗੱਲ ਕਰਦੇ ਹਾਂ ਜੀ, ਇਲਾਜ ਦੋ ਤਰੀਕੇ ਨਾਲ ਹੁੰਦਾ ਗਾ। ਇੱਕ ਹੁੰਦਾ ਦਵਾਈਆਂ ਵਾਲਾ ਫਾਰਮਾਕੋਲੋਜੀਕਲ, ਇੱਕ ਨੋਨ ਫਾਰਮਾਕੋਲੋਜੀਕਲ ਬਿਨਾਂ ਦਵਾਈਆਂ ਵਾਲਾ ਇਲਾਜ। ਜੇ ਉਹ ਸਾਈਕੈਟਰਿਸਟ ਨੇ ਡਿਸਾਈਡ ਕਰਨਾ, ਜਿਨ੍ਹਾਂ ਨੇ ਡਾਇਗਨੋਸਿਸ ਬਣਾਉਣਾ ਕਿ ਤੁਹਾਡੀ ਬਿਮਾਰੀ ਕਿੰਨੀ ਕੁ ਸੀਵੀਅਰ ਆ, ਹੈ ਨਾ, ਤੁਹਾਨੂੰ ਜ਼ਰੂਰਤ ਹੈ ਕਿ ਨਹੀਂ ਹੈ, ਮਾਈਲਡ ਸਿੰਪਟਮਸ ਨੇ, ਮੋਡਰੇਟ ਨੇ, ਸੀਵੀਅਰ ਨੇ, ਉਹਦੇ ਅਕੋਰਡਿੰਗਲੀ ਜਿੱਦਾਂ ਹੁਣ ਜੇ ਡਿਪਰੈਸ਼ਨ ਆ ਤਾਂ ਐਂਟੀ ਡਿਪਰੈਸੈਂਟ ਦਵਾਈਆਂ ਦੇਣੀਆਂ ਨੇ ਜਿਹੜੀਆਂ ਤੁਹਾਡੇ ਡਿਪਰੈਸ਼ਨ ਨੂੰ ਦੂਰ ਕਰਨ। ਐਂਗਜ਼ਾਇਟੀ ਆ, ਐਂਟੀ ਐਂਗਜ਼ਾਇਟੀ ਡਰੱਗਸ ਦੇਣੀਆਂ ਨੇ। ਸਾਈਕੋਸਿਸ ਆ, ਸਕਿਜ਼ੋਫਰੇਨੀਆ ਤਾਂ ਐਂਟੀ ਸਾਈਕੋਸਿਸ ਦਵਾਈਆਂ ਦੇਣੀਆਂ ਨੇਗੀਆਂ, ਐਂਟੀ ਸਾਈਕੋਟਿਕਸ ਦੇਣੀਆਂ ਨੇਗੀਆਂ। ਨਾਲ ਬਿਨਾਂ ਦਵਾਈਆਂ ਵਾਲਾ ਇਲਾਜ, ਜਿੱਦਾਂ ਕਿ ਫੈਮਿਲੀ ਨੂੰ ਦੱਸਣਾ ਕਿ ਇਹ ਇੱਕ ਬਿਮਾਰੀ ਆ, ਇਹਦੇ 'ਚ ਤੁਸੀਂ ਇੱਦਾਂ ਡੀਲ ਕਰਨਾ ਗਾ ਆਪਣੇ ਫੈਮਿਲੀ ਮੈਂਬਰ ਦੇ ਨਾਲ, ਠੀਕ ਹੈ, ਸਟਿਗਮਾ ਨਹੀਂ ਕਰਨਾ ਹੈਗਾ। ਘਰ ਦਾ ਮਾਹੌਲ ਇੱਦਾਂ ਦਾ ਰੱਖਣਾ, ਲੜਾਈ ਝਗੜਾ ਨਾ ਹੋਏ, ਵਧੀਆ ਮਾਹੌਲ ਰੱਖਣਾ, ਤੁਸੀਂ ਦਵਾਈ ਇਨਸ਼ੋਰ ਕਰਨੀ ਹੈਗੀ। ਇਸੇ ਤਰੀਕੇ ਉਸ ਬੰਦੇ ਦੇ ਨਾਲ ਅਲੱਗ-ਅਲੱਗ ਥੈਰੇਪੀਜ਼ ਹੁੰਦੀਆਂ ਨੇ, ਠੀਕ ਹੈ। ਪਹਿਲਾਂ ਉਹਨੂੰ ਸਾਈਕੋ ਐਜੂਕੇਟ ਕੀਤਾ ਜਾਂਦਾ, ਕੋਸ਼ਿਸ਼ ਕਰੀ ਜਾਂਦੀ ਹੈ ਕਿ ਉਹ ਸਵੀਕਾਰ ਕਰੇ ਕਿ ਉਹਨੂੰ ਇੱਕ ਮਾਨਸਿਕ ਰੋਗ ਆ, ਤਾਂ ਜੋ ਖੁਦ ਦਵਾਈ ਲੈ ਸਕੇ। ਕਈ ਕੇਸਾਂ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਦਵਾਈ ਨਹੀਂ ਲੈਂਦੇ ਨਾ, ਜ਼ਬਰਦਸਤੀ ਦਵਾਈ ਦਿੰਦੇ ਆ ਪੇਰੈਂਟਸ ਜਾਂ ਘਰ ਦੇ ਚੋਰੀ ਦਿੰਦੇ ਹੈਗੇ। ਉਹਨੂੰ ਇਨਸਾਈਟ ਦੇਣੀ। ਦੂਸਰੇ ਨੰਬਰ 'ਤੇ ਥੈਰੇਪੀਜ਼ ਦੇਣੀਆਂ। ਹੁਣ ਜਿੱਦਾਂ ਮੰਨ ਲਓ ਕਿਸੇ ਨੂੰ ਐਂਗਜ਼ਾਇਟੀ ਆ, ਹੋ ਸਕਦਾ ਹੁਣ ਡਾਕਟਰ ਨੇ ਕੋਈ ਦਵਾਈ ਨਹੀਂ ਦਿੱਤੀ ਤਾਂ ਉਹਨੂੰ ਦੱਸਿਆ ਜਾਂਦਾ ਕਿ ਤੂੰ ਡੀਪ ਬਰੀਦਿੰਗ ਕਰਨੀ ਹੈਗੀ, ਹੈ ਨਾ, ਜਦੋਂ ਤੈਨੂੰ ਐਂਗਜ਼ਾਇਟੀ ਹੁੰਦੀ ਹੈ ਦਿਨ 'ਚ ਇੰਨੇ ਵਾਰ ਕਰਨੀ ਹੈਗੀ। ਬੜੀਆਂ ਐਕਸਰਸਾਈਜ਼ਜ਼ ਨੇਗੀਆਂ, ਹੈ ਨਾ, ਤੂੰ ਮਾਈਂਡਫੁਲਨੈਸ ਕਰਨੀ ਹੈਗੀ। ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ। ਜਿੱਦਾਂ ਜੇ ਹੋਰ ਜ਼ਿਆਦਾ ਸੀਵੀਅਰ ਹੈਗੀ ਤਾਂ ਸਾਈਕੋਥੈਰੇਪੀ ਦੀਆਂ ਅਲੱਗ-ਅਲੱਗ ਕਿਸਮਾਂ ਨੇ। ਕੋਗਨੀਟਿਵ ਬਿਹੇਵੀਅਰਲ ਥੈਰੇਪੀ ਆ, ਬਿਹੇਵੀਅਰਲ ਥੈਰੇਪੀ ਆ, ਜਿਹਦੇ 'ਚ ਸਾਡਾ ਅਸੀਂ ਬਿਹੇਵੀਅਰ ਕਿੱਦਾਂ ਆਪਣਾ ਠੀਕ ਰੱਖਣਾ ਗਾ, ਅਤੇ ਨਾਲ ਕੋਗਨੀਟਿਵ ਲਾਈਨਸ 'ਤੇ ਵੀ ਵਰਕ ਕੀਤਾ ਜਾਂਦਾ ਕਿ ਤੁਸੀਂ ਮਾਨਸਿਕ ਤੌਰ 'ਤੇ ਵੀ ਆਪਣੀਆਂ ਚੀਜ਼ਾਂ ਨੂੰ, ਆਪਣੇ ਥੋਟਸ ਨੂੰ ਕੰਟਰੋਲ ਕਰਨਾ ਗਾ, ਨਾਲ ਬਿਹੇਵੀਅਰ ਨੂੰ ਵੀ ਕੰਟਰੋਲ ਕਰਨਾ ਗਾ। ਤਾਂ ਦਵਾਈਆਂ ਦਾ ਅਤੇ ਬਿਨਾਂ ਦਵਾਈਆਂ ਦਾ, ਇਹ ਦੋਨਾਂ ਦਾ ਮਿਸ਼ਰਣ ਕਰਕੇ ਜਿਹੜਾ ਹੈਗਾ ਟਰੀਟਮੈਂਟ ਨੂੰ ਉਹ ਚਲਾਇਆ ਜਾਂਦਾ ਹੈਗਾ। ਅਤੇ ਬਹੁਤ ਲੋਕ ਫਿਰ ਦਵਾਈ ਘਟਦੀ ਜਾਂਦੀ ਆ ਹੌਲੀ ਹੌਲੀ ਅਤੇ ਦਵਾਈ ਬੰਦ ਹੋ ਜਾਂਦੀ ਹੈ ਕੁਛ ਕੇਸਿਸ ਦੇ ਵਿੱਚ ਲੰਬਾ ਸਮਾਂ ਚੱਲਦੀ ਆ, ਕੁਝ ਇੱਕ ਕੇਸਿਸ ਦੇ ਵਿੱਚ ਸਾਰੀ ਉਮਰ ਚੱਲਦੀ ਆ। ਮੇਨ ਸਾਡੀ ਸੁਸਾਇਟੀ 'ਚ ਦਿੱਕਤ ਕੀ ਆਉਂਦੀ ਹੈ ਕਿ ਅਸੀਂ ਥੋੜ੍ਹਾ ਟਾਈਮ ਖਾ ਕੇ ਕਹਿ ਦਿੰਦੇ ਹਾਂ ਕਿ ਫਰਕ ਤਾਂ ਪਿਆ ਨਹੀਂ, ਜਾਂ ਮੈਨੂੰ ਤਾਂ ਬਹੁਤ ਲੰਬਾ ਸਮਾਂ ਦਵਾਈ ਖਾਣੀ ਪਊ। ਕੁਛ ਬਿਮਾਰੀਆਂ ਇੱਦਾਂ ਦੀਆਂ ਹੁੰਦੀਆਂ ਜਿਨ੍ਹਾਂ ਦਾ ਟਰੀਟਮੈਂਟ ਹੁੰਦਾ, ਹੈ ਨਾ, ਟਰੀਟਮੈਂਟ ਚੱਲਦਾ ਗਾ, ਅਤੇ ਕਿਉਰੇਬਲ ਨਹੀਂ ਹੁੰਦੀਆਂ ਉਹ, ਨਾ, ਕਿਉਰ ਨਹੀਂ ਹੈਗਾ, ਮਤਲਬ ਕੋਈ ਪੱਕਾ ਇਲਾਜ ਨਹੀਂ ਹੈ। ਅਤੇ ਕੁਛ ਇੱਕ ਹੁੰਦੀਆਂ ਕਿ ਹਾਂ ਤੁਸੀਂ ਦਵਾਈ ਸ਼ੁਰੂ 'ਚ ਲਈ ਹੈ ਨਾ, ਤੁਹਾਨੂੰ ਉਸ ਤੋਂ ਬਾਅਦ ਜ਼ਰੂਰਤ ਨਹੀਂ ਪਈ ਅਤੇ ਤੁਸੀਂ ਟਾਈਮ ਟੂ ਟਾਈਮ ਫੋਲੋ ਅਪ ਕਰ ਰਹੇ ਹੋਗੇ। ਜਿਹੜੀਆਂ ਤੁਹਾਨੂੰ ਚੀਜ਼ਾਂ ਦੱਸੀਆਂ ਗਈਆਂ ਨੇ ਕਿ ਤੁਸੀਂ ਆਪਣਾ ਕੋਪਿੰਗ ਕਿੱਦਾਂ ਸਟਰੋਂਗ ਕਰਨੀ ਆ ਤਾਂ ਕਿ ਤੁਹਾਡੀ ਜ਼ਿੰਦਗੀ 'ਚ ਦੁਬਾਰਾ ਨਾ ਇੱਦਾਂ ਦਾ ਆਏ। ਹਰ ਇੱਕ ਕੇਸ 'ਤੇ ਉਹ ਵੇਰੀ ਕਰਦਾ ਗਾ, ਤਾਂ ਉੱਦਾਂ ਦੇ ਉਹ ਪ੍ਰੀਕੋਸ਼ਨਸ ਦੱਸੇ ਜਾਂਦੇ ਹੈਗੇ ਫੈਮਿਲੀ ਨੂੰ ਅਤੇ ਪਰਸਨ ਨੂੰ। ਬਾਈ ਜੀ, ਕਈ ਵਾਰੀ ਕਹਿੰਦੇ ਨਾ ਐਂਟੀ ਡਿਪਰੈਸੈਂਟਸ 'ਤੇ ਇੱਕ ਵਾਰੀ ਲੱਗ ਜਾਓ ਤਾਂ ਇਹ ਸਾਰੀ ਉਮਰ ਛੁੱਟਦੇ ਹੀ ਨਹੀਂ। ਕਈ ਲੋਕ ਤਾਂ ਡਰਦੇ ਤਾਂ ਵੀ ਨਹੀਂ ਲੈਂਦੇ। ਦੇਖੋ, ਦਵਾਈਆਂ ਦੇ ਤਾਂ ਸਾਰੀਆਂ ਦਾ ਕੋਈ ਨਾ ਕੋਈ ਜਿਹੜਾ ਹਾਰਮਫੁਲ ਇੰਪੈਕਟਸ ਹੋ ਸਕਦਾ ਗਾ, ਸਾਈਡ ਇਫੈਕਟ ਹੋ ਸਕਦੇ ਹੈਗੇ। ਪਰ ਸਾਡੇ ਲਈ ਸਭ ਤੋਂ ਜ਼ਰੂਰੀ ਕੀ ਅਸੀਂ ਉਹ ਦੇਖਣਾ ਨਾ। ਇੱਦਾਂ ਦਾ ਆਪਾਂ ਕਹਿੰਦੇ ਹਾਂ ਕਿ ਕੋਈ ਵੀ ਦਵਾਈ ਨਹੀਂ ਖਾਣੀ ਚਾਹੀਦੀ, ਪਰ ਜਦੋਂ ਇੱਕ ਇਨਸਾਨ ਇੰਨੀ ਬੁਰੀ ਸਥਿਤੀ ਦੇ ਵਿੱਚ ਆ ਕਿ ਉਹ ਬੈੱਡ ਤੋਂ ਨਹੀਂ ਉੱਠ ਸਕਦਾ ਡਿਪਰੈਸ਼ਨ ਕਰਕੇ, ਉਹਨੇ ਸੁਸਾਈਡਲ ਥੋਟਸ ਆ ਰਹੇ ਆ, ਉਹਨੇ ਸੁਸਾਈਡ ਦੀ ਕੋਸ਼ਿਸ਼ ਕਰੀ ਆ, ਕੀ ਆਪਾਂ ਉੱਥੇ ਵੀ ਇਹ ਦੇਖਾਂਗੇ ਕਿ ਇਹਨੂੰ ਦਵਾਈ ਦਾ ਇਹਦਾ ਕੋਈ ਇੰਪੈਕਟ ਹੈ ਕਿ ਨਹੀਂ ਹੈ? ਜ਼ਰੂਰ ਹੋ ਸਕਦੇ ਆ, ਮੈਂ ਨਹੀਂ ਕਹਿੰਦਾ, ਪਰ ਉਹ ਚੀਜ਼ਾਂ ਤੁਹਾਨੂੰ ਤੁਹਾਡੇ ਡਾਕਟਰ ਨੇ ਦੱਸਣੀਆਂ ਨੇ, ਉਹਨੇ ਤੁਹਾਡੀ ਬਾਡੀ ਮੁਤਾਬਕ ਚੇਂਜ ਕਰਨੀਆਂ ਨੇ ਦਵਾਈਆਂ ਦੇ ਕੇ ਉਹ ਕਰਨੀਆਂ ਨੇਗੀਆਂ, ਅਤੇ ਉਹਦੇ ਅਕੋਰਡਿੰਗਲੀ ਤੁਹਾਡਾ ਟਰੀਟਮੈਂਟ ਅੱਗੇ ਚੱਲਣਾ ਗਾ। ਅਤੇ ਕਈ ਕੇਸਿਸ ਦੇ ਵਿੱਚ ਤਾਂ ਮੈਂ ਇੱਦਾਂ ਕਿਹਾ ਕਿ ਦਵਾਈਆਂ ਦੀ ਜ਼ਰੂਰਤ ਨਹੀਂ ਹੁੰਦੀ, ਜਿਹੜੇ ਬਹੁਤ ਕਾਮਨ, ਜਿੱਦਾਂ ਕਿਸੇ ਨੂੰ ਸਿੰਪਲ ਥੋੜ੍ਹੀ ਜਿਹੀ ਐਂਗਜ਼ਾਇਟੀ ਹੋ ਰਹੀ ਹੈਗੀ, ਹੈ ਨਾ, ਹਲਕਾ ਡਿਪਰੈਸ਼ਨ ਆ, ਪਰ ਜਦੋਂ ਚੀਜ਼ਾਂ ਸੀਵੀਅਰ ਹੋ ਜਾਂਦੀਆਂ ਨੇ ਤਾਂ ਦਵਾਈ ਲੈਣ 'ਚ ਕੋਈ ਹਰਜ਼ ਨਹੀਂ। ਇਹ ਵੀ ਇੱਕ ਸਟਿਗਮਾ ਗਾ ਮੈਂਟਲ ਡਿਸਆਰਡਰਸ ਦੇ ਵਿੱਚ ਨਾ। ਜੇ ਕਿਸੇ ਨੂੰ ਸ਼ੂਗਰ BP ਉਹ ਵੀ ਤਾਂ ਦਵਾਈ ਖਾ ਰਿਹਾ ਗਾ, ਠੀਕ ਹੈ ਨਾ, ਉਹਨਾਂ ਦੀ ਵੀ ਐਂਡ 'ਤੇ ਆ ਕੇ ਇੱਕ ਦੋ ਗੋਲੀਆਂ ਰਹਿ ਜਾਂਦੀਆਂ ਨੇ, ਟੈਬਲੇਟਸ ਰਹਿ ਜਾਂਦੀਆਂ ਨੇ, ਅਤੇ ਉਹ ਵੀ ਖਾ ਰਿਹਾ। ਇਹ ਵੀ ਇੱਕ ਕਿਸਮ ਦਾ ਸਟਿਗਮਾ ਗਾ। ਸਾਡੀ ਹਰ ਕੋਈ ਡਰਦਾ ਗਾ ਦਵਾਈ ਖਾਣੀ, ਕੌਣ ਚਾਹੁੰਦਾ ਕਿ ਮੈਂ ਦਵਾਈਆਂ ਖਾਵਾਂ, ਪਰ ਜਿਹਦੀ ਮਜਬੂਰੀ ਆ, ਹੁਣ ਜਿਹਨੂੰ ਇੱਕ ਇੱਦਾਂ ਦਾ ਡਿਸਆਰਡਰ ਆਗਾ, ਤੁਸੀਂ ਅਕਸਰ ਹਾਲਤ ਦੇਖਦੇ ਹੋਗੇ, ਆਪਾਂ TV 'ਤੇ ਦੇਖਦੇ ਹਾਂ ਕਿ ਕਿਸੇ ਨੂੰ ਕਿੰਨੀ ਬੁਰੀ ਕੰਡੀਸ਼ਨ ਦੇ ਵਿੱਚ ਰੈਸਕਿਊ ਕੀਤਾ, ਰੀਹੈਬਲੀਟੇਟ ਕੀਤਾ, ਅਤੇ ਉਹਨੂੰ
ਬੈਟਰ ਕਰਨ ਲਈ ਹੁਣ ਇੰਨਾ ਜਿਹੜਾ ਪਿੱਛੇ ਉਹਦੇ ਸਫ਼ਰ ਕੀਤਾ ਉਹਨੇ, ਤੇ ਦਵਾਈਆਂ ਦੀ ਵੀ ਸਪੋਰਟ ਲਈ ਜਾਂਦੀ ਹੈ ਤੇ ਥੈਰੇਪੀ ਦੀ ਵੀ ਸਪੋਰਟ ਲਈ ਜਾਂਦੀ ਹੈ ਉਹਦੇ 'ਚ। ਬਈ ਮੈਂ ਕੁਝ ਟੈਕਨੀਕਸ ਪੜ੍ਹੀਆਂ ਸੀਗੀਆਂ। ਕਈ ਟੈਕਨੀਕਸ ਹੁੰਦੀਆਂ ਜਿਵੇਂ ਟੈਪ ਵਾਲੀ ਹੁੰਦੀ ਹੈ, ਮੈਨੂੰ ਉਹਦਾ ਚੰਗੀ ਤਰ੍ਹਾਂ ਨਾਮ ਨਹੀਂ ਪਤਾ, ਤੁਹਾਨੂੰ ਪਤਾ ਹੋਣਾ। ਅਤੇ ਇੱਕ ਟੈਕਨੀਕ ਹੁੰਦੀ ਹੈ ਹੈਰਿਸਨ ਸਮਥਿੰਗ ਟੈਕਨੀਕ, ਉਹ ਜਿਵੇਂ ਹੱਥ ਵਗੈਰਾ ਬੰਦ ਕਰਕੇ, ਜਿਨ੍ਹਾਂ ਨੂੰ ਕਈਆਂ ਨੂੰ ਇੰਜ਼ਾਇਟੀ ਹੁੰਦੀ ਹੈ ਨਾ, ਆਪਾਂ ਨੂੰ ਜਿਵੇਂ ਛੋਟੀ ਛੋਟੀ ਗੱਲ 'ਤੇ ਉਹਨਾਂ ਨੂੰ ਇੰਜ਼ਾਇਟੀ ਹੋ ਗਈ, ਸਟ੍ਰੈਸ ਹੋ ਗਿਆ ਨਾ, ਜੇ ਬੰਦਾ ਉਹ ਐਕਸਰਸਾਈਜ਼ ਕਰਕੇ, ਉਹ ਟੈਕਨੀਕਸ ਕਰਕੇ ਹੀ ਠੀਕ ਹੋ ਸਕਦਾ। ਤਾਂ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਉਹ ਟੈਕਨੀਕਸ ਬਾਰੇ ਸਾਨੂੰ ਦੱਸੋ। ਹਾਂਜੀ, ਐਕਚੁਅਲੀ ਕੀ ਹੈ ਕਿ ਟੈਕਨੀਕਸ ਹਰ ਇੱਕ 'ਤੇ ਆਪਾਂ ਕਹਿ ਨਹੀਂ ਸਕਦੇ ਕਿ ਇੰਪਲੀਮੈਂਟ ਹੋਣਗੀਆਂ ਜਾਂ ਨਹੀਂ ਹੋਣਗੀਆਂ। ਹਾਂ, ਜੇ ਤੁਹਾਨੂੰ ਉਹ ਟੈਕਨੀਕਸ ਕਰਕੇ ਹੈਲਪ ਮਿਲਦੀ ਆ ਤਾਂ ਤੁਸੀਂ ਦੇਖ ਸਕਦੇ ਹੋਗੇ। ਜਿੱਦਾਂ ਬਹੁਤ ਸਭ ਤੋਂ ਸੌਖੀ ਚੀਜ਼ ਆ ਕਿ ਜਦੋਂ ਤੁਹਾਨੂੰ ਘਬਰਾਹਟ ਹੋ ਰਹੀ ਹੈਗੀ ਤਾਂ ਤੁਸੀਂ ਲੰਬਾ ਸਾਹ ਲੈਣਾ, ਸਾਹ ਖਿੱਚਣਾ, ਥੋੜ੍ਹਾ ਟਾਈਮ ਸਾਹ ਰੋਕਣਾ ਅਤੇ ਫਿਰ ਸਾਹ ਛੱਡਣਾ ਗਾ। ਇੱਦਾਂ ਦੀ ਤੁਸੀਂ ਪ੍ਰੈਕਟਿਸ ਕਰਨੀ ਹੈਗੀ। ਤੁਹਾਨੂੰ ਐਂਗਜ਼ਾਇਟੀ ਹੋ ਰਹੀ ਹੈਗੀ ਤਾਂ ਤੁਸੀਂ ਪਾਣੀ ਪੀਣਾ ਗਾ, ਤੁਸੀਂ ਬੈਠਣਾ ਗਾ। ਜੇ ਤੁਸੀਂ ਕਿਸੇ ਨਾਲ ਲੜ ਰਹੇ ਹੋ, ਲੜਦੇ ਸਮੇਂ ਐਂਗਜ਼ਾਇਟੀ ਹੋ ਰਹੀ ਹੈ ਤਾਂ ਤੁਸੀਂ ਉਸ ਸਿਚੁਏਸ਼ਨ 'ਚੋਂ ਆਪਣੇ ਆਪ ਨੂੰ ਬਾਹਰ ਰੱਖਣਾ ਗਾ, ਬਾਰ-ਬਾਰ ਉਸ ਸਿਚੁਏਸ਼ਨ ਦੇ ਵਿੱਚ ਨਹੀਂ ਜਾਣਾ। ਇੱਦਾਂ ਹੀ ਤਰੀਕਾ ਹੈਗਾ ਗਾ ਕਿ ਕੁਛ ਐਕਟੀਵਿਟੀਜ਼ ਹੁੰਦੀਆਂ ਨੇਗੀਆਂ ਕਿ ਮਾਈਂਡਫੁਲਨੈਸ ਹੈਗੀ। ਤੁਸੀਂ ਮਾਈਂਡਫੁਲਨੈਸ ਦੇ ਵਿੱਚ ਹੁੰਦਾ ਕਿ ਅਸੀਂ ਪ੍ਰੈਜ਼ੈਂਟ ਸਮੇਂ ਦੇ ਵਿੱਚ ਰਹਿਣਾ ਸਿੱਖਣਾ ਗਾ, ਤਾਂ ਕਿ ਅਸੀਂ ਪਿੱਛੇ ਦੀ ਅਤੇ ਫਿਊਚਰ ਦੀ ਕੋਈ ਚਿੰਤਾ ਨਾ ਕਰੀਏ ਬੇਲੋੜੀ, ਜਿਹਦੇ ਨਾਲ ਸਾਨੂੰ ਐਂਗਜ਼ਾਇਟੀ ਹੁੰਦੀ ਆ, ਸਾਨੂੰ ਬਾਰ-ਬਾਰ ਅਜੀਬ ਥੋਟਸ ਆਉਂਦੇ ਆ। ਤਾਂ ਉਹ ਮਾਈਂਡਫੁਲਨੈਸ ਅਸੀਂ ਪ੍ਰੈਕਟਿਸ ਕਰ ਸਕਦੇ ਹਾਂਗੇ। ਉਹਦੇ 'ਚ ਹੁੰਦਾ ਕਿ ਅਸੀਂ ਪ੍ਰੈਜ਼ੈਂਟ ਮੂਮੈਂਟਸ ਨੂੰ ਹੀ ਫੀਲ ਕਰਨਾ ਗਾ, ਅਸੀਂ ਹੋਰ ਕਿਸੇ ਮੂਮੈਂਟ ਦੇ ਵਿੱਚ ਨਹੀਂ ਜਾਣਾ। ਯੋਗਾ ਦੀਆਂ ਬਹੁਤ ਸਾਰੀਆਂ ਟੈਕਨੀਕਸ ਨੇਗੀਆਂ, ਵਾਕ ਕਰਨੀ, ਐਕਸਰਸਾਈਜ਼ ਸਭ ਤੋਂ ਵਧੀਆ ਹੈਗਾ। ਪਰ ਇਹ ਅਸੀਂ ਦੇਖਣਾ ਗਾ ਕਿ ਕੀ ਸਾਨੂੰ ਇਹ ਚੀਜ਼ਾਂ ਕਰਕੇ ਸਾਨੂੰ ਬੈਟਰ ਫੀਲ ਹੋ ਰਿਹਾ, ਅਸੀਂ ਚੰਗਾ ਮਹਿਸੂਸ ਕਰ ਰਹੇ ਹਾਂ, ਸਾਡੀ ਐਂਗਜ਼ਾਇਟੀ ਘੱਟ ਰਹੀ ਆ। ਜੇ ਨਹੀਂ ਹੁੰਦਾ ਤਾਂ ਫਿਰ ਹੋ ਸਕਦਾ ਕਿ ਸਾਨੂੰ ਕਿਸੇ ਪ੍ਰੋਫੈਸ਼ਨਲ ਦੀ ਹੈਲਪ ਦੀ ਜ਼ਰੂਰਤ ਹੋਏ। ਹੁਣ ਜਿਹੜੀ ਕੋਈ ਸਾਈਕੋਥੈਰੇਪੀ, ਉਹ ਤਾਂ ਅਸੀਂ ਘਰ ਦੇ ਵਿੱਚ ਜਿਹੜਾ ਜਿਹਨੂੰ ਦਿੱਕਤ ਹੈਗੀ ਹੈ ਨਾ, ਉਹ ਖੁਦ ਨਹੀਂ ਕਰ ਸਕਦਾ, ਤਾਂ ਉਹਦੇ ਲਈ ਤਾਂ ਤੁਹਾਨੂੰ ਕਿਸੇ ਪ੍ਰੋਫੈਸ਼ਨਲ ਦੇ ਕੋਲ ਜਾਣਾ ਪਊਗਾ। ਉਹ ਫਿਰ ਤੁਹਾਨੂੰ ਹੌਲੀ ਹੌਲੀ ਦੱਸ ਦਿੰਦੇ ਆ ਕਿ ਤੁਸੀਂ ਘਰ ਦੇ ਵਿੱਚ ਇਹਦੀ ਪ੍ਰੈਕਟਿਸ ਕਿੱਦਾਂ ਕਰਨੀ ਹੈਗੀ। ਅਤੇ ਜੇ ਕੁਛ ਚੀਜ਼ਾਂ ਕਰਕੇ ਸਾਨੂੰ ਘਰ ਦੇ ਵਿੱਚ ਆਰਾਮ ਮਿਲਦਾ ਗਾ ਤਾਂ ਅਸੀਂ ਉਹ ਸ਼ੋਰ ਹੈ ਕਿ ਕਰ ਸਕਦੇ ਹਾਂਗੇ। ਅਤੇ ਜਿਹੜੀਆਂ ਜਿੱਦਾਂ ਤੁਸੀਂ ਚੀਜ਼ਾਂ ਕਹਿ ਰਹੇ ਸੀ, ਉਹ ਜ਼ਿਆਦਾਤਰ ਸਾਡੀਆਂ ਕੋਗਨੇਟਿਵ ਫੰਕਸ਼ਨਸ ਨੂੰ ਠੀਕ ਕਰਨ ਲਈ ਦੱਸੀਆਂ ਜਾਂਦੀਆਂ ਨੇਗੀਆਂ। ਅਤੇ ਬੇਸਿਕਲੀ ਇਹੀ ਡਿਪੈਂਡ ਆ ਕਿ ਹਰ ਕੇਸ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਜ਼ਰੂਰੀ ਹੁੰਦੀਆਂ ਨੇਗੀਆਂ। ਤਾਂ ਅਸੀਂ ਸਾਰੇ ਥਾਵੇਂ ਇੱਕੋ ਚੀਜ਼ਾਂ ਨਹੀਂ ਇੰਪਲੀਮੈਂਟ ਕਰ ਸਕਦੇ, ਪਰ ਅਸੀਂ ਕੁਛ ਚੀਜ਼ਾਂ ਟਰਾਈ ਕਰਕੇ ਦੇਖ ਸਕਦੇ ਹਾਂ ਘਰ ਦੇ ਵਿੱਚ ਕੁਛ ਸਮੇਂ ਲਈ, ਕਿ ਜੇ ਤੁਹਾਨੂੰ ਹੈਲਪ ਕਰ ਰਹੀਆਂ। ਜੇ ਤੁਹਾਨੂੰ ਨਹੀਂ ਹੈਲਪ ਕਰ ਰਹੀਆਂ ਤਾਂ ਤੁਹਾਨੂੰ ਜ਼ਰੂਰ ਕਿਸੇ ਦੀ ਮਦਦ ਲੈ ਲੈਣੀ ਚਾਹੀਦੀ ਹੈ। ਅਤੇ ਇਹ ਵੀ ਨਹੀਂ ਜ਼ਰੂਰੀ ਕਿ ਤੁਸੀਂ ਖਰਚਾ ਕਰਕੇ ਕਿਸੇ ਮਹਿੰਗੇ ਪ੍ਰਾਈਵੇਟ ਹੋਸਪਿਟਲ 'ਚ ਜਾਣਾ। ਪੰਜਾਬ ਦੇ ਹਰ ਇੱਕ ਮੈਡੀਕਲ ਕਾਲਜ ਦੇ ਵਿੱਚ ਸਾਈਕੈਟਰੀ ਡਿਪਾਰਟਮੈਂਟ ਹੈਗਾ। ਬਹੁਤ ਸਾਰੇ ਸਿਵਲ ਹੋਸਪਿਟਲ ਨੇ ਜਿਹੜੇ ਜ਼ਿਲ੍ਹਾ ਹਸਪਤਾਲ ਨੇਗੇ, ਜਾਂ ਉਹਨਾਂ 'ਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਨੇ। ਜਿਹੜੇ ਨਸ਼ਿਆਂ ਦਾ ਇਲਾਜ ਕਰਦੇ ਆ ਉਹ ਸਾਈਕੈਟਰਿਸਟ ਹੀ ਹੁੰਦੇ ਆ, ਮਾਨਸਿਕ ਰੋਗਾਂ ਦੇ ਮਾਹਰ। ਉਹਨਾਂ ਕੋਲ ਜਾਓ, ਸਰਕਾਰੀ ਹਸਪਤਾਲ 'ਚ ਫ੍ਰੀ ਇਲਾਜ ਹੈਗਾ। ਉਹ ਤੁਹਾਡੀ ਥੈਰੇਪੀ ਵੀ ਕਰਨਗੇ ਜੇ ਜ਼ਰੂਰਤ ਹੈਗੀ, ਨਹੀਂ ਤੁਹਾਨੂੰ ਦਵਾਈ ਵੀ ਦੇਣਗੇ। ਮੈਡੀਕਲ ਕਾਲਜਸ ਦੇ ਵਿੱਚ ਤਾਂ ਸਟਾਫ ਬਹੁਤ ਹੈਗਾ, ਬਹੁਤ ਵੱਡੇ ਵੱਡੇ ਡਿਪਾਰਟਮੈਂਟ ਹੁੰਦੇ ਹੈਗੇ ਉੱਥੇ। ਤਾਂ ਉੱਥੇ ਤੁਹਾਡੀ ਫ੍ਰੀ ਥੈਰੇਪੀ ਹੋਣੀ ਆ, ਤੁਸੀਂ ਫ੍ਰੀ ਆਪਣਾ ਜਿਹੜਾ ਗਾ ਤੁਹਾਨੂੰ ਜਿਹੜੀ ਕੰਸਲਟੇਸ਼ਨ ਮਿਲਣੀ ਹੈਗੀ। ਅਤੇ ਜ਼ਰੂਰੀ ਨਹੀਂ ਗਾ ਕਿ ਜੇ ਮੈਂ ਦੱਸ ਰਿਹਾ ਕਿ ਤੁਸੀਂ ਕਿਸੇ ਪ੍ਰਾਈਵੇਟ ਆਪਾਂ ਕਿਸੇ ਦੀ ਪ੍ਰਮੋਸ਼ਨ ਕਰ ਰਹੇ ਹੋ, ਤੁਸੀਂ ਸਰਕਾਰੀ ਉਹਦੇ 'ਚ ਜਾਓ ਪ੍ਰੈਫਰੈਂਸ ਦੇ ਆਧਾਰ 'ਤੇ, ਤੁਹਾਨੂੰ ਪਹਿਲ ਦੇ ਆਧਾਰ 'ਤੇ। ਜੇ ਤੁਹਾਨੂੰ ਇਹ ਵੀ ਸ਼ੱਕ ਆ ਕਿ ਸ਼ਾਇਦ ਡਾਕਟਰ ਬਿਨਾਂ ਕਿਸੇ ਗੱਲ ਤੋਂ ਦਵਾਈ ਲਿਖ ਦੇਣਗੇ, ਤੁਸੀਂ ਸਰਕਾਰੀ ਮੈਡੀਕਲ ਕਾਲਜ ਨੇ ਆਪਣੇ ਜਿੰਨੇ, ਉੱਥੇ ਸਾਰੇ ਥਾਵੇਂ ਸਾਈਕੈਟਰੀ ਦੇ ਜਿਹੜੇ ਡਿਪਾਰਟਮੈਂਟ ਨੇ, ਮਾਨਸਿਕ ਰੋਗਾਂ ਦੇ ਵਿਭਾਗ ਨੇਗੇ। ਸਾਡੇ ਜ਼ਿਆਦਾਤਰ ਜਿਹੜੇ ਜ਼ਿਲ੍ਹਾ ਹਸਪਤਾਲ ਨੇ ਉਹਨਾਂ ਦੇ ਵਿੱਚ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਮਿਲਦੇ ਹੈਗੇ। ਬਈ ਜਿਵੇਂ ਕਿ ਅੱਜ ਕੱਲ੍ਹ ਲੋਕ ਬਾਹਰ ਆ ਕੇ ਗੱਲ ਕਰ ਰਹੇ ਆ। ਕੋਈ ਵੇਲਾ ਸੀ ਜਿੱਥੇ ਜਿਵੇਂ ਤੁਸੀਂ ਦੱਸਿਆ ਕਿ ਇੱਕ ਸੁਸਾਇਟੀ 'ਚ ਸਟਿਗਮਾ ਸੀ, ਲੋਕ ਨਹੀਂ ਖੁੱਲ੍ਹ ਕੇ ਇਸ ਚੀਜ਼ ਬਾਰੇ ਗੱਲ ਕਰਦੇ ਸੀ। ਲੋਕਾਂ ਨੂੰ ਐ ਸੀ ਕਿ ਪਤਾ ਨਹੀਂ ਸਾਹਮਣੇ ਵਾਲਾ ਬੰਦਾ ਮੈਨੂੰ ਕੀ ਸਮਝੂਗਾ। ਸੈਲੀਬ੍ਰਿਟੀਜ਼ ਦੀ ਗੱਲ ਕਰੀਏ, ਦੀਪਿਕਾ ਪਾਡੂਕੋਨ ਵਗੈਰਾ, ਬੜੇ ਇੱਦਾਂ ਦੇ ਸੈਲੀਬ੍ਰਿਟੀਜ਼ ਨੇ ਬਾਹਰ ਆ ਕੇ ਉੱਭਰ ਕੇ ਗੱਲ ਕੀਤੀ ਕਿ ਹਾਂਜੀ ਮੈਨੂੰ ਆਹ ਇਸ਼ੂ ਸੀ, ਅਤੇ ਇਸ ਚੀਜ਼ ਨੂੰ ਵੀ ਨੋਟਿਸ 'ਚ ਲਿਆਂਦਾ ਜਾਵੇ। ਲੋਕ ਬੜੇ ਹੈਗੇ ਜਿਹੜੇ ਸੁਸਾਈਡਲ ਟੈਂਡੈਂਸੀਜ਼ ਹੁੰਦੀਆਂ, ਉਹਨਾਂ ਨੂੰ ਸੁਸਾਈਡਲ ਥੋਟਸ ਆਉਂਦੇ ਆ, ਬੈਠੇ ਸੋਚੀ ਜਾਣਾ ਕੁਛ ਨਾ ਕੁਛ ਆਪਣੇ ਅੰਦਰੇ ਅੰਦਰ ਘੁੱਟਦੇ ਰਹਿੰਦੇ ਆ। ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਿਹੜੀਆਂ ਸੈਲੀਬ੍ਰਿਟੀਜ਼ ਹੈ ਜਾਂ ਵੈਲ ਨੋਨ ਲੋਕ ਨੇ ਆ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ, ਤੁਹਾਨੂੰ ਲੱਗਦਾ ਇਸ ਚੀਜ਼ ਨੇ ਐਕਚੁਅਲ 'ਚ ਲੋਕਾਂ 'ਤੇ ਜਿਹੜੇ ਲੋਕਾਂ 'ਤੇ ਫਰਕ ਪਾਇਆ ਕਿ ਹਾਂ ਗੱਲਬਾਤ ਕਰਨੀ ਲੋਕਾਂ ਨੇ ਸਟਾਰਟ ਕੀਤੀ ਹੈ ਬਾਹਰ ਆ ਕੇ? ਜਿੱਦਾਂ ਮੈਂ ਪਹਿਲਾਂ ਕਿਹਾ ਸੀ ਨਾ ਕਿ ਜਿਹੜੇ ਕਾਮਨ ਮੈਂਟਲ ਡਿਸਆਰਡਰਸ ਨੇਗੇ, ਜਿੱਦਾਂ ਡਿਪਰੈਸ਼ਨ, ਐਂਗਜ਼ਾਇਟੀ ਆ, ਉਹਦੇ 'ਤੇ ਗੱਲਬਾਤ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਲੋਕ ਵੋਕਲ ਹੋਏ ਹੈਗੇ। ਖਾਸ ਤੌਰ 'ਤੇ ਕੋਵਿਡ ਤੋਂ ਬਾਅਦ, ਕਰੋਨਾ ਸੰਕਟ ਤੋਂ ਬਾਅਦ, ਕਿਉਂਕਿ ਹਰ ਇੱਕ ਨੇ ਉਦੋਂ ਐਂਗਜ਼ਾਇਟੀ, ਘਬਰਾਹਟ ਮਹਿਸੂਸ ਕੀਤੀ ਹੈਗੀ ਹੈ ਨਾ। ਹਰ ਇੱਕ ਨੂੰ ਡਿਪਰੈਸ਼ਨ ਦਾ ਕੋਈ ਨਾ ਕੋਈ ਇੱਦਾਂ ਦਾ ਸਾਈਕਲ ਕਿਸੇ ਨੇ ਮਹਿਸੂਸ ਕੀਤਾ ਗਾ, ਅਤੇ ਉਹਦੇ ਬਾਰੇ ਜ਼ਿਆਦਾ ਲੋਕ ਵੋਕਲ ਹੋਇਆ, ਜ਼ਿਆਦਾ ਗੱਲ ਕਰਨ ਲੱਗੇ ਹੈਗੇ।
ਤੇ ਅਸਲ 'ਚ ਵੀ ਲੋਕਾਂ ਨੂੰ ਇਹ ਦਿੱਕਤ ਜ਼ਿਆਦਾ ਆ ਗਈ ਜਿਹੜੀ ਹੈ ਨਾ, ਇਹਦਾ ਸਿਗਨੀਫੀਕੈਂਟ ਡੇਟਾ ਗਾ ਜ਼ਿਆਦਾ ਨੇਗੇ। ਪਰ ਜਿਹੜੇ ਸੀਵੀਅਰ ਮੈਂਟਲ ਡਿਸਆਰਡਰ ਨੇਗੇ, ਜਿਨ੍ਹਾਂ ਨੂੰ ਅਸੀਂ ਪਹਿਲੀ ਝੱਟੇ ਦੇਖ ਕੇ ਪਾਗਲ ਕਹਿ ਦਿੰਦੇ ਆਂਗੇ, ਉਹਦੇ ਬਾਰੇ ਹਲੇ ਕੋਈ ਜ਼ਿਆਦਾ ਫਰਕ ਨਹੀਂ ਪਿਆ ਸੁਸਾਇਟੀ ਦੇ ਵਿੱਚ। ਰੀਸੈਂਟਲੀ ਮੈਂਟਲ ਹੈਲਥ ਕੇਅਰ ਐਕਟ ਆਇਆ ਗਾ 2017 'ਚ, ਜ਼ਿਆਦਾ ਸਮਾਂ ਨਹੀਂ ਹੋਇਆ, ਪਰ ਕਿਸੇ ਵੀ ਸਰਕਾਰ ਨੇ ਉਹਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਹੀ ਨਹੀਂ ਕੀਤਾ, ਕਾਗਜ਼ੀ ਕਾਰਵਾਈ ਪੂਰੀ ਕੀਤੀ ਹੈਗੀ। ਜੇ ਮੈਂਟਲ ਹੈਲਥ ਕੇਅਰ ਐਕਟ 2017 ਇੰਪਲੀਮੈਂਟ ਹੋ ਜੇ ਤਾਂ ਇਹਨਾਂ ਦੇ ਜਿਹੜੇ ਮਾਨਸਿਕ ਰੋਗੀ ਨੇਗੇ ਉਹਨਾਂ ਦੀ ਸਥਿਤੀ 'ਚ ਬਹੁਤ ਵੱਡਾ ਫਰਕ ਆਊਗਾ, ਕਿਉਂਕਿ ਉਹਦੇ ਅਕੋਰਡਿੰਗਲੀ ਸਰਕਾਰ ਨੂੰ ਇਨਫਰਾਸਟਰਕਚਰ ਕ੍ਰੀਏਟ ਕਰਨਾ ਪਊਗਾ। ਹਰ ਜ਼ਿਲ੍ਹੇ ਦੇ ਵਿੱਚ ਗਰੁੱਪ ਹੋਮ ਦੀ ਫੈਸਿਲਿਟੀ ਬਣਾਉਣੀ ਪੈਣੀ ਆ, ਹਾਫਵੇ ਹੋਮ ਬਣਾਉਣੇ ਪੈਣੇ ਹੈਗੇ। ਜਿਹੜੇ ਮਾਨਸਿਕ ਰੋਗੀ ਸੜਕਾਂ 'ਤੇ ਰਹਿ ਰਹੇ ਆ, ਜਿਨ੍ਹਾਂ ਦਾ ਕੋਈ ਪਰਿਵਾਰ ਨਹੀਂ ਹੈ ਜਾਂ ਪਰਿਵਾਰ ਹੈ ਉਹ ਪਰਿਵਾਰ ਤੋਂ ਵਿਛੜ ਗਏ ਮਾਨਸਿਕ ਰੋਗਾਂ ਕਾਰਨ, ਉਹ ਸਾਰਿਆਂ ਦਾ ਰਿਹੈਬਲੀਟੇਸ਼ਨ ਕਰਨ ਦੀ ਜ਼ਿੰਮੇਵਾਰੀ ਹੈ। ਹੁਣ ਤਾਂ ਕੌਨਸਟੀਟਿਊਸ਼ਨਲ ਰਾਈਟ ਆ, ਹਰ ਬੰਦੇ ਦਾ ਰਾਈਟ ਆ ਕਿ ਉਹਨੂੰ ਮਾਨਸਿਕ ਸਿਹਤ ਦਾ ਇਲਾਜ ਮਿਲੇ ਅਕੋਰਡਿੰਗ ਟੂ ਮੈਂਟਲ ਹੈਲਥ ਕੇਅਰ ਐਕਟ। ਪਰ ਸਰਕਾਰ ਦਾ ਉਸ ਸਾਈਡ ਬਿਲਕੁਲ ਧਿਆਨ ਨਹੀਂ। ਜੇ ਇਸ ਪਾਸੇ ਗੱਲ ਹੋਏ ਥੋੜ੍ਹੀ ਜਿਹੀ ਤਾਂ ਮੇਰਾ ਖਿਆਲ ਬਹੁਤ ਲੋਕ ਆਉਣਗੇ ਬਾਹਰ ਨਿਕਲ ਕੇ ਕਿ ਜਿਨ੍ਹਾਂ ਨੂੰ ਅਜਿਹੀਆਂ ਦਿੱਕਤਾਂ ਨੇ, ਜਿਹੜੇ ਸੀਵੀਅਰ ਮੈਂਟਲ ਡਿਸਆਰਡਰਸ ਤੋਂ ਵੀ ਪੀੜਤ ਨੇਗੇ। ਅਤੇ ਇੱਕ ਸੈਕਸ਼ਨ ਜ਼ਰੂਰ ਹੁਣ ਫਰਕ ਪਿਆ ਕਿ ਕਾਮਨ ਮੈਂਟਲ ਡਿਸਆਰਡਰ 'ਤੇ ਅਸੀਂ ਗੱਲ ਕਰਨ ਲੱਗੇ ਹਾਂ, ਪਰ ਸੀਵੀਅਰ ਮੈਂਟਲ ਡਿਸਆਰਡਰਸ 'ਤੇ ਜੇ ਕਿਸੇ ਨੂੰ ਹੈ ਤਾਂ ਬਹੁਤ ਘੱਟ ਲੋਕ ਨੇ ਕਿ ਉਹ ਦੱਸਦੇ ਆ, ਚਾਹੇ ਉਹ ਅਨਪੜ੍ਹ ਆ ਅਤੇ ਚਾਹੇ ਉਹ ਪੜ੍ਹਿਆ ਲਿਖਿਆ, ਹਰ ਇੱਕ ਉਹਦੇ 'ਚ ਸ਼ਰਮ ਮਹਿਸੂਸ ਕਰਦਾ ਗਾ। ਡਰ ਹੈਗਾ ਹਲੇ ਵੀ ਕਿਤੇ ਨਾ ਕਿਤੇ ਕਿ ਸਾਹਮਣੇ ਵਾਲਾ ਬੰਦਾ ਮੇਰੇ ਬਾਰੇ ਕੀ ਸੋਚੂਗਾ। ਬਿਲਕੁਲ ਡਰ ਹੈ ਕਿ ਲੋਕ ਸਟਿਗਮਾ ਵੀ ਕਰਦੇ ਆ, ਸੁਸਾਇਟੀ ਵੀ ਕਰਦੀ ਹੈਗੀ ਅਤੇ ਈਵਨ ਇੰਸਟੀਟਿਊਟਸ ਵੀ ਕਰਦੇ ਹੈਗੇ। ਤੁਸੀਂ ਕਿਤੇ ਜਾਓ ਨਾ ਰਾਈਟਸ ਦੇ ਲਈ ਤਾਂ ਉੱਥੇ ਵੀ ਉਹਨਾਂ ਨੂੰ ਜਿਹੜਾ ਗਾ ਸਟਿਗਮਾ ਮਹਿਸੂਸ ਹੁੰਦਾ ਗਾ ਉਹਨਾਂ ਨੂੰ, ਇਸ ਕਰਕੇ ਉਹ ਨਹੀਂ ਬਾਹਰ ਨਿਕਲਦੇ ਕਿ ਸਾਡਾ ਮਖੌਲ ਲੜਾਇਆ ਜਾਂਦਾ ਗਾ, ਸਾਨੂੰ ਕੋਈ ਮਾਨਸਿਕ ਰੋਗੀ ਕਹਿੰਦਾ ਹੁੰਦਾ, ਇਹ ਮੂੰਹ 'ਤੇ ਕਹਿ ਦਿੰਦੇ ਆ ਲੋਕ, ਇਹ ਤਾਂ ਮੈਂਟਲ ਹੈਗਾ ਨਾ। ਅਤੇ ਅਜਿਹੀਆਂ ਚੀਜ਼ਾਂ ਉਹ ਬੰਦੇ ਦਾ ਹੌਸਲਾ ਵੀ ਤੋੜਦੀਆਂ ਨੇ ਨਾ, ਉਹ ਦਵਾਈ ਖਾਣੀ ਛੱਡ ਦਿੰਦਾ ਕਿ ਮੈਂ ਕਿਉਂ ਖਾਵਾਂ, ਮੈਂ ਤਾਂ ਠੀਕ ਹਾਂ, ਮੈਨੂੰ ਕੀ ਹੋਇਆ ਗਾ। ਤਾਂ ਇਹ ਕਲੈਕਟਿਵ ਚੀਜ਼ਾਂ ਨੇਗੀਆਂ। ਜਦੋਂ ਇਹਦੇ 'ਚ ਸਰਕਾਰਾਂ ਦਾ ਓਬਵੀਅਸ ਸਭ ਤੋਂ ਪਹਿਲਾ ਸਟੈਪ ਆ ਉਹਨਾਂ ਨੂੰ ਲੈਣਾ ਪਊਗਾ, ਅਤੇ ਪਰ ਸਾਨੂੰ ਦੂਜੇ ਨੰਬਰ 'ਤੇ ਸਾਨੂੰ ਸਾਰਿਆਂ ਨੂੰ ਐਜੂਕੇਟ ਹੋਣਾ ਪਊ। ਉਹਦੇ 'ਚ ਮੀਡੀਆ ਦਾ ਵੱਡਾ ਰੋਲ ਆ। ਜਿੱਦਾਂ ਮੀਡੀਆ ਦਾ ਇੱਕ ਅਦਾਰਾ ਜਿੱਦਾਂ ਸਿਨੇਮਾ ਨੇ ਬਹੁਤ ਗਲਤ ਇੰਪੈਕਟ ਕ੍ਰੀਏਟ ਕੀਤਾ ਗਾ ਕਿ ਮਾਨਸਿਕ ਰੋਗੀਆਂ ਦੀ ਤਸਵੀਰ ਹਮੇਸ਼ਾ ਇੱਦਾਂ ਦੀ ਦਿਖਾਈ ਹੈ ਕਿ ਉਹ ਸੰਗਲਾਂ ਨਾਲ ਬੰਨ੍ਹੇ ਹੁੰਦੇ ਹੈਗੇ, ਜੋ ਵਾਇਲੈਂਟ ਹੁੰਦੇ ਆ, ਉਹ ਹਮੇਸ਼ਾ ਕਿਸੇ ਨੂੰ ਮਾਰਦੇ ਹੈਗੇ, ਜਦ ਕਿ ਉੱਦਾਂ ਦੀ ਤਸਵੀਰ ਨਹੀਂ ਹੈ। ਬਹੁਤ ਲੋਕ ਤਾਂ ਬਹੁਤ ਹੀ ਨੋਰਮਲ ਜ਼ਿੰਦਗੀ ਜਿਉਂਦੇ ਹੈਗੇ ਨਾ। ਤਾਂ ਜਿੱਦਾਂ ਕਿਸੇ ਨੂੰ ਸਰੀਰਕ ਰੋਗ ਆ ਉੱਦਾਂ ਹੀ ਕਿਸੇ ਨੂੰ ਮਾਨਸਿਕ ਦਿੱਕਤ ਵੀ ਹੋ ਸਕਦੀ ਆ। ਤਾਂ ਹੁਣ ਇਹ ਜ਼ਿੰਮੇਵਾਰੀ ਬਣਦੀ ਹੈ ਮੀਡੀਆ ਦੇ ਸਾਰੇ ਵੱਖ-ਵੱਖ ਅਦਾਰਿਆਂ ਦੀ ਕਿ ਇਹਦੇ ਬਾਰੇ ਲੋਕਾਂ ਨੂੰ ਦੱਸਿਆ ਜਾਏ ਕਿ ਮੈਂਟਲ ਡਿਸਆਰਡਰਸ ਹੈ ਕੀ ਨੇ ਅਤੇ ਇਹਨਾਂ ਦਾ ਕਿੱਦਾਂ ਇਲਾਜ ਹੁੰਦਾ, ਕੀ ਸਿੰਪਟਮਸ ਨੇ। ਅਤੇ ਰਿਸਪੋਂਸੀਬਿਲਿਟੀ ਹੈ ਸਾਡੀ ਸਾਰਿਆਂ ਦੀ, ਸ਼ੇਅਰਡ ਰਿਸਪੋਂਸੀਬਿਲਿਟੀ ਹੈ। ਤਾਂ ਸਮਾਂ ਬਦਲ ਰਿਹਾ ਹੈ ਤਾਂ ਹੋ ਸਕਦਾ ਆਉਣ ਵਾਲੇ ਟਾਈਮ 'ਚ ਕਿ ਲੋਕ ਉੱਭਰ ਕੇ ਆਉਣ ਅਤੇ ਇਸ ਚੀਜ਼ ਬਾਰੇ ਵੀ ਗੱਲ ਕੀਤੀ ਜਾਵੇ ਅਤੇ ਜਿਹੜਾ ਕੋਈ ਇਸ ਚੀਜ਼ 'ਚੋਂ ਨਿਕਲ ਰਿਹਾ ਉਹਦੀ ਵੀ ਬਾਂਹ ਫੜੀ ਜਾਵੇ। ਨਹੀਂ, ਬਿਲਕੁਲ ਕਰਨੀ ਪੈਣੀ ਹੈ ਜੀ। ਗੱਲ ਇਕੱਲੀ ਪੰਜਾਬ ਦੀ ਜਾਂ ਭਾਰਤ ਦੀ ਨਹੀਂ ਹੈ, ਸਾਰੇ ਕਿਤੇ ਹੀ। ਹੁਣ ਆਪਾਂ ਵੈਸਟਰਨ ਕੰਟਰੀਜ਼ 'ਚ ਪੰਜਾਬੀ ਨੇ, ਸਾਡਾ ਡਾਇਸਪੋਰਾ ਬੈਠਾ ਗਾ, ਉਹ ਵੀ ਉੱਥੇ ਬਹੁਤ ਮਹਿਸੂਸ ਕਰਦੇ ਆ ਕਿ ਇਹ ਗੱਲ ਅਸੀਂ ਦੇਖਦੇ ਹਾਂ, ਅਕਸਰ ਗੱਲ ਕਰਦੇ ਹਾਂ ਕਿ ਡਿਪਰੈਸ਼ਨ ਕਿੰਨੇ ਵੱਡੇ ਲੈਵਲ 'ਤੇ, ਐਂਗਜ਼ਾਈਟੀ ਕਿੰਨੇ ਵੱਡੇ ਲੈਵਲ 'ਤੇ ਹੈਗੀ। ਉਹਨਾਂ ਬਾਰੇ ਤਾਂ ਅਸੀਂ ਹੁਣ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ, ਦੋ ਮਸਲਿਆਂ ਬਾਰੇ ਜਿਹੜੇ ਬਾਕੀ ਦੇ ਮਸਲੇ ਆ। ਬਾਈਪੋਲਰ ਡਿਸਆਰਡਰ ਆ ਕਿਸੇ ਨੂੰ ਪਰਸਨੈਲਿਟੀ ਡਿਸਆਰਡਰ ਆ, ਕਿਸੇ ਡਿਮੈਂਸ਼ੀਆ, ਬਜ਼ੁਰਗਾਂ ਦਾ ਰੋਗ ਆ ਜਿਹਦੇ ਬਾਰੇ ਅਸੀਂ ਗੱਲ ਹੀ ਨਹੀਂ ਕਰਦੇ। ਦੇਖੋ ਆਪਾਂ ਵੀ ਨਹੀਂ ਅੱਜ ਹੈ ਨਾ ਗੱਲ ਕਰਨੀ ਉਹਦੇ ਬਾਰੇ, ਭੁੱਲ ਗਏ ਕਿ ਬਹੁਤ ਵੱਡੀ ਆਬਾਦੀ ਜਿਹੜਾ ਆਪਾਂ ਪੜ੍ਹਦੇ ਹਾਂ ਨਾ ਕਿ ਹੁਣ ਜਿੰਨਾ ਇੰਡੀਆ ਦੇ ਵਿੱਚ ਮੈਕਸੀਮਮ ਯੂਥ ਹੈ ਨੇ, ਇੱਕ ਦਿਨ ਮੈਕਸੀਮਮ ਸੀਨੀਅਰ ਸਿਟੀਜ਼ਨ ਵੀ ਹੋਣਗੇ, ਅਤੇ ਉਹਨਾਂ 'ਚ ਇੱਕ ਵੱਡਾ ਰੋਗ ਹੁੰਦਾ ਡਿਮੈਂਸ਼ੀਆ, ਜਿਹਦੇ 'ਚ ਬੰਦਾ ਭੁੱਲ ਜਾਂਦਾ ਇੱਕ ਸਰਟਨ ਏਜ ਤੋਂ ਬਾਅਦ ਨਾ, ਚੀਜ਼ਾਂ ਯਾਦ ਨਹੀਂ ਰਹਿੰਦੀਆਂ। ਅਤੇ ਉਹ ਕੇਅਰ ਗਿਵਰ ਬਰਡਨ ਪਰਿਵਾਰ ਦੇ ਉੱਪਰ ਪੈਣਾ ਗਾ। ਜੇ ਕਿਸੇ ਇੱਕ ਪਰਿਵਾਰ ਦੇ ਵਿੱਚ ਕੋਈ ਮਾਨਸਿਕ ਰੋਗਾਂ ਤੋਂ ਪੀੜਤ ਵਿਅਕਤੀ ਆ ਤਾਂ ਉਹ ਇਕੱਲਾ ਇੱਕ ਪੀੜਤ ਨਹੀਂ, ਉਹਦੀ ਫੈਮਿਲੀ ਪੂਰੀ ਉਹਦੇ ਨਾਲ ਸਫਰ ਕਰਦੀ ਹੈਗੀ। ਤਾਂ ਇਹਦੇ ਬਾਰੇ ਸਾਨੂੰ ਗੱਲ ਕਰਨੀ ਪੈਣੀ ਹੈਗੀ, ਇਹਦੇ ਬਿਨਾਂ ਸਾਡੇ ਕੋਲ ਕੋਈ ਹੀਲਾ ਨਹੀਂ ਹੈ। ਅਤੇ ਇੱਕ ਮੈਂ ਹੋਰ ਗੱਲ ਇੰਪੋਰਟੈਂਟ ਕਹਿਣਾ ਚਾਹੁੰਦਾ ਕਿ ਸਾਡੇ ਕੋਲ ਪ੍ਰੋਫੈਸ਼ਨਲਸ ਦੀ ਵੀ ਘਾਟ ਹੈਗੀ। ਹੋਊਗਾ ਤਾਂ ਹੀ ਇੰਨੀ ਵੱਡੀ ਆਬਾਦੀ ਦੀਆਂ ਜਿਹੜੀਆਂ ਜ਼ਰੂਰਤਾਂ ਨੂੰ ਆਪਾਂ ਦੇਖਭਾਲ ਕਰ ਸਕਦੇ ਹਾਂ। ਧੰਨਵਾਦ ਬਾਈ ਜੀ। ਸਾਡੇ ਜਿਹੜੇ ਸਵਾਲ ਸੀਗੇ ਤੁਸੀਂ ਸਾਡੇ ਸਵਾਲਾਂ ਦਾ ਬੜਾ ਸੋਹਣਾ ਜਵਾਬ ਦਿੱਤਾ। ਆਸ਼ਾ ਕਰਦੇ ਹਾਂ ਸਾਡੇ ਜਿਹੜੇ ਦਰਸ਼ਕ ਹੈ ਦੇਖਣ ਵਾਲੇ ਮਾਨਸਿਕ ਰੋਗਾਂ ਬਾਰੇ, ਜਦ ਕਿ ਸਮਾਂ ਬਦਲ ਰਿਹਾ, ਲੋਕ ਬਾਹਰ ਆ ਕੇ ਗੱਲਾਂ ਬਾਤਾਂ ਕਰ ਰਹੇ ਹੈ, ਆ ਕੇ ਦੱਸਦੇ ਕਿ ਹਾਂਜੀ ਸਾਨੂੰ ਆਹ ਇਸ਼ੂ ਹੈ ਅਤੇ ਆਹ ਚੀਜ਼ ਨੂੰ ਐਡਰੈਸ ਕੀਤਾ ਜਾਵੇ। ਅਤੇ ਹੋਰ ਵੀ ਜਿਹੜੀਆਂ ਕਿਸੇ ਨੂੰ ਸਵੀਅਰ ਬਿਮਾਰੀਆਂ ਹੈਗੀਆਂ, ਮਾਨਸਿਕ ਰੋਗਾਂ ਨੂੰ ਲੈ ਕੇ ਸਵੀਅਰ ਗੱਲਾਂ ਹੈਗੀਆਂ, ਤਾਂ ਲੋਕ ਆਸ਼ਾ ਕਰਦੇ ਹੋ ਉਹਨਾਂ ਚੀਜ਼ਾਂ ਨੂੰ ਵੀ ਆਉਣ ਵਾਲੇ ਟਾਈਮ 'ਚ ਲੋਕ ਬਾਹਰ ਆ ਕੇ ਗੱਲ ਕਰਨਗੇ। ਜਾਂ ਜੇ ਕਿਸੇ ਨੂੰ ਕੋਈ ਇਸ਼ੂ ਹੈਗਾ ਤਾਂ ਸਟਿਗਮਾ ਤੋਂ ਪਰੇ ਹੋ ਕੇ ਅਤੇ ਉਹ ਵੀ ਇਸ ਚੀਜ਼ ਨੂੰ ਅੱਗੇ ਰੱਖਣਗੇ।
ਬਿਲਕੁਲ ਜੀ, ਸਾਡੀ ਵੀ ਇਹੀ ਉਮੀਦ ਹੈ ਕਿ ਮੀਡੀਆ ਦੇ ਥਰੂ ਲੋਕਾਂ ਤੱਕ ਉਹ ਸਾਰੀਆਂ ਗੱਲਾਂ ਪਹੁੰਚਣ ਤੇ ਲੋਕ ਵੀ ਅੱਗੇ ਆਉਣ ਨਾ, ਕਿ ਇਹ ਕੋਈ ਸੰਗ ਸ਼ਰਮ ਵਾਲੀ ਗੱਲ ਨਹੀਂ ਹੈ। ਇਹ ਜਿੱਦਾਂ ਸਾਡੇ ਸਰੀਰ ਨੂੰ ਕੋਈ ਰੋਗ ਲੱਗ ਜਾਂਦਾ, ਸਾਡੇ ਮਨ ਨੂੰ, ਸਾਡੇ ਮਾਨਸਿਕ ਰੋਗ ਵੀ ਬਿਲਕੁਲ ਉਸੇ ਤਰੀਕੇ ਦੇ ਨੇ, ਤੇ ਸਾਨੂੰ ਇਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਤੇ ਇਲਾਜ ਪੋਸੀਬਲ ਹੈ। ਹਾਂਜੀ। ਤਾਂ ਇਹ ਸੀਗੇ ਸਾਡੇ ਨਾਲ ਮੈਂਟਲ ਹੈਲਥ ਪ੍ਰੋਫੈਸ਼ਨਲ ਗੁਰਪ੍ਰੀਤ ਸਿੰਘ ਜੀ, ਕੈਮਰਾਮੈਨ ਗੁਰਮੀਤ ਦੇ ਨਾਲ ਸੀਰਤ ਸੰਧੂ। ਸਤਿ ਸ਼੍ਰੀ ਅਕਾਲ।